ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਮੇਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇੱਕ ਵਾਰ ਫੇਰ ਡਾਕਟਰ ਨਿੰਦਰ ਰਵੀ ਦਾ ਸਲਾਮ ਅਲੈਕਮ, ਸਤਿ ਸ੍ਰੀ ਅਕਾਲ, ਨਮਸਕਾਰ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਪ੍ਰੇਅਰ ਦੇ ਉੱਤੇ ਕਿ ਪ੍ਰੇਅਰ ਦੇ ਵਿੱਚ ਪਹਿਲੀ ਗੱਲ ਤਾਂ ਕਹਿੰਦੇ ਕਿਹਨੂੰ ਨੇ, ਵਾਟ ਇਜ਼ ਪ੍ਰੇਅਰ। ਦੂਸਰੀ ਗੱਲ ਜਿਵੇਂ ਕਿ ਆਪਾਂ ਲਾਸਟ ਵੀ ਗੱਲ ਕੀਤੀ ਸੀ ਮੈਡੀਟੇਸ਼ਨ ਦੀ, ਭਜਨ ਸਿਮਰਨ ਦੀ, ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪ੍ਰੇਅਰ ਤੇ ਮੈਡੀਟੇਸ਼ਨ ਦੇ ਵਿੱਚ ਕੀ ਫਰਕ ਹੈ। ਬਹੁਤੀ ਦੁਨੀਆ ਪ੍ਰੇਅਰ ਨੂੰ ਤੇ ਮੈਡੀਟੇਸ਼ਨ ਨੂੰ ਇੱਕੋ ਹੀ ਗੱਲ ਸਮਝਦੀ ਹੈ। ਆਪਾਂ ਥੋੜਾ ਜਿਹਾ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰੇਅਰ ਤੇ ਮੈਡੀਟੇਸ਼ਨ ਦੇ ਵਿੱਚ ਕੀ ਡਿਫਰੈਂਸ ਹੈ। ਤੀਸਰੀ ਗੱਲ ਕਰਾਂਗੇ ਕਿ ਪ੍ਰੇਅਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਵਾਟ ਆਰ ਦ ਡਿਫਰੈਂਟ ਟਾਈਪਸ। ਫਿਰ ਆਪਾਂ ਗੱਲ ਕਰਾਂਗੇ ਕਿ ਪ੍ਰੇਅਰ ਕਿੱਥੇ ਕਰਨੀ ਹੈ, ਕਦੋਂ ਕਰਨੀ ਹੈ ਤੇ ਕਿਸ ਦੀ ਕਰਨੀ ਹੈ। ਵੀ ਪ੍ਰੇਅਰ ਆਪਾਂ ਦਾ ਜਗ੍ਹਾ ਕਿਹੜੀ ਹੈ, ਕਿਸ ਸਮੇਂ ਕਰਨੀ ਹੈ, ਕਿੱਥੇ ਕਰਨੀ ਹੈ, ਕੋਈ ਜਗ੍ਹਾ ਦੱਸੋ, ਜਾਂ ਫਿਰ ਪ੍ਰੇਅਰ ਆਪਾਂ ਨੂੰ ਕਿਸ ਦੀ ਕਰਨੀ ਚਾਹੀਦੀ ਹੈ। ਫਿਰ ਇਹਦੇ ਵਿੱਚ ਆਪਾਂ ਅਗਲੀ ਗੱਲ ਕਰਾਂਗੇ ਵੀ ਕੀ ਜਿਹੜੀ ਅਸੀਂ ਪ੍ਰੇਅਰ ਕਰਦੇ ਹਾਂ, ਅਰਦਾਸ ਕਰਦੇ ਹਾਂ ਮਾਲਕ ਦੇ ਅੱਗੇ, ਪਰਮਾਤਮਾ ਦੇ ਅੱਗੇ, ਉਹ ਸਿਰਫ ਆਪਣੇ ਲਈ ਕਰਨੀ ਹੈ ਜਾਂ ਹੋਰਾਂ ਲੋਕਾਂ ਲਈ ਵੀ ਕਰ ਸਕਦੇ ਹਾਂ। ਫਿਰ ਅਗਲਾ ਟੌਪਿਕ ਇਸੇ ਤੇ ਲਵਾਂਗੇ ਕਿ ਕਿਹੜੀ ਪ੍ਰੇਅਰ ਜਿਹੜੀ ਅਸੀਂ ਰੱਬ ਦੀ ਦਰਗਾਹ ਵਿੱਚ ਕਰਦੇ ਹਾਂ ਉਹ ਕਬੂਲ ਹੁੰਦੀ ਹੈ ਤੇ ਕਿਹੜੀ ਕਬੂਲ ਨਹੀਂ ਹੁੰਦੀ। ਤੇ ਫਿਰ ਜਿਹੜੀ ਕਬੂਲ ਨਹੀਂ ਹੁੰਦੀ ਉਹਦਾ ਕੀ ਕਾਰਨ ਹੈ, ਉਹ ਕਿਉਂ ਨਹੀਂ ਰੱਬ ਕਬੂਲ ਕਰਦਾ ਸਾਡੀ। ਸੋ ਅਜਿਹੇ ਛੋਟੇ ਟੌਪਿਕ ਨੇ, ਇਹਨਾਂ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਮੇਨ ਟੌਪਿਕ ਆਪਣਾ ਪ੍ਰੇਅਰ ਹੈ। ਸੋ ਕੋਸ਼ਿਸ਼ ਕਰਾਂਗੇ ਕਿ ਨੈਕਸਟ ਵੀਕ, ਜੇ ਹੈ ਤਾਂ ਸਭ ਪਰਮਾਤਮਾ ਦੇ ਹੱਥ ਵਿੱਚ, ਜੇ ਪਰਮਾਤਮਾ ਨੇ ਚਾਹਿਆ ਤਾਂ ਮੈਂ ਸੋਚ ਰਿਹਾ ਕਿ ਨੈਕਸਟ ਵੀਕ ਆਪਾਂ ਜੰਮਣ ਮਰਨ ਦੇ ਉੱਤੇ ਵੀ ਗੱਲ ਕਰੀਏ ਕਿ ਲਾਈਫ ਤੇ ਡੈਥ, ਜੰਮਦੇ ਆ ਤੇ ਨਾਲ ਫਿਰ ਮਰ ਜਾਂਦੇ ਆ, ਇਹਦਾ ਵਿੱਚ ਮਰਨਾ ਕੀ ਹੈ, ਜੰਮਣਾ ਕੀ ਹੈ, ਇਨ ਬਿਟਵੀਨ ਕੀ ਹੈ, ਜਿੰਨੇ ਕਿਸਾਨ ਨੇ, ਇਸ ਦੇ ਉੱਤੇ ਨੈਕਸਟ ਵੀਕ ਮੈਂ ਕੋਸ਼ਿਸ਼ ਕਰੂੰਗਾ। ਤੇ ਉਹ ਕੋਸ਼ਿਸ਼ ਤਾਂ ਹੀ ਕਾਮਯਾਬ ਹੋਊਗੀ ਜੇ ਮੇਰਾ 100% ਯਕੀਨ ਹੈ, ਜੇ ਮਾਲਕ ਪਰਮਾਤਮਾ ਚਾਹੂਗਾ। ਚਲੋ ਅੱਜ ਦੇ ਟੌਪਿਕ ਤੇ ਜਾਉਂਦੇ ਆ। ਪਹਿਲੀ ਗੱਲ ਹੈ ਕਿ ਵਾਟ ਇਜ਼ ਪ੍ਰੇਅਰ। ਜਿਹੜੀ ਪ੍ਰੇਅਰ ਹੈ, ਅਰਦਾਸ ਹੈ, ਉਹ ਹੈ ਕੀ। ਦੇਖ ਲਓ, ਪ੍ਰੇਅਰ ਨੂੰ ਹਿੰਦੂ ਪੂਜਾ, ਬੇਨਤੀ, ਪ੍ਰਾਰਥਨਾ ਕਹਿੰਦੇ ਨੇ। ਹਿੰਦੂ ਲੋਕ ਇਹ ਕਹਿੰਦੇ ਨੇ ਪੂਜਾ ਕੀਤੀ ਹੈ, ਬੇਨਤੀ ਕੀਤੀ ਹੈ, ਜਾਂ ਉਹ ਪ੍ਰਾਰਥਨਾ ਕਰੀਏ। ਜਿਹੜੇ ਸਿੱਖ ਭਰਾ ਨੇ ਉਹ ਇਹਨੂੰ ਅਰਦਾਸ ਕਹਿੰਦੇ ਨੇ, ਤੇ ਜਿਹੜੇ ਮੁਸਲਮਾਨ ਵੀਰ ਨੇ ਉਹ ਇਹਨੂੰ ਨਮਾਜ਼, ਦੁਆ, ਸਲਾਹ ਕਹਿੰਦੇ ਨੇ। ਕ੍ਰਿਸਚੈਨਿਟੀ ਵਾਲੇ ਪ੍ਰੇਅਰ ਕਹਿੰਦੇ ਨੇ, ਕਈ ਲੋਕ ਅਰਜ਼ੋਈ ਵੀ ਕਹਿੰਦੇ ਨੇ, ਫਰਿਆਦ ਵੀ ਕਹਿੰਦੇ ਨੇ। ਸੋ ਇਹ ਸਾਰੇ ਜਿਹੜੇ ਸ਼ਬਦ ਨੇ ਨਾ, ਇਹ ਪ੍ਰੇਅਰ ਲਈ ਵਰਤੇ ਜਾਂਦੇ ਨੇ। ਪ੍ਰੇਅਰ ਫਾਰਸੀ ਭਾਸ਼ਾ ਦਾ ਸ਼ਬਦ ਦੁਆ ਹੈ, ਉਹਦੇ ਵਿੱਚੋਂ ਪ੍ਰੇਅਰ ਬਣੀ ਹੈ, ਤੇ ਦੁਆ ਦਾ ਅਰਥ ਹੁੰਦਾ ਹੈ ਪੁਕਾਰਨਾ। ਪ੍ਰੇਅਰ ਇਜ਼ ਐਨ ਆਪਰਚੂਨਿਟੀ ਟੂ ਸਪੈਂਡ ਟਾਈਮ ਵਿਦ ਗੋਡ। ਆਪਾਂ ਜਦੋਂ ਹੱਥ ਜੋੜ ਕੇ, ਖੜੇ ਹੋ ਕੇ, ਬੈਠ ਕੇ, ਅੱਖਾਂ ਮੀਚ ਕੇ ਉਹ ਪਰਮਾਤਮਾ ਨੂੰ ਕੋਈ ਨਾ ਕੋਈ ਆਪਾਂ ਅਰਜ਼ੋਈ ਕਰਦੇ ਹਾਂ, ਬੇਨਤੀ ਕਰਦੇ ਹਾਂ। ਦੇਖ ਲਓ, ਜਦੋਂ ਸਾਡਾ ਮਨ ਕਈ ਤਰ੍ਹਾਂ ਦੀਆਂ ਖੁਆਇਸ਼ਾਂ ਪੈਦਾ ਕਰਦਾ ਹੈ, ਇੱਛਾਵਾਂ ਪੈਦਾ ਕਰਦਾ ਹੈ, ਇਹ ਮਨ ਦੀ ਖਾਸੀਅਤ ਹੈ ਕਿ ਅਸੀਂ ਹਰ ਸਮੇਂ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਪੈਦਾ ਹੁੰਦੀ ਰਹਿੰਦੀ ਹੈ। ਵੀ ਮੈਨੂੰ ਚਾਕਲੇਟ ਚਾਹੀਦਾ, ਮੈਨੂੰ ਸਾਈਕਲ ਚਾਹੀਦਾ, ਮੈਨੂੰ ਮੋਟਰਸਾਈਕਲ ਚਾਹੀਦਾ, ਮੈਨੂੰ ਕਾਰ ਚਾਹੀਦਾ, ਮੈਨੂੰ ਵੱਡਾ ਬਿਜ਼ਨਸ ਚਾਹੀਦਾ, ਮੈਂ ਕੈਨੇਡਾ ਜਾਣਾ, ਮੈਂ ਫਰਾਂਸ ਜਾਣਾ, ਮੇਰੇ ਮੁੰਡੇ ਦਾ ਵਿਆਹ ਹੋ ਜੇ, ਮੇਰੀ ਕੁੜੀ ਦਾ ਵਿਆਹ ਹੋ ਜੇ। ਸੋ ਜਿਹੜਾ ਸਾਡਾ ਮਾਈਂਡ ਹੈ ਨਾ, ਉਹ ਹਰ ਸਮੇਂ ਇੱਛਾਵਾਂ ਪੈਦਾ ਕਰਦਾ ਰਹਿੰਦਾ। ਇੱਕ ਇੱਛਾ ਪੂਰੀ ਹੋਈ, ਦੂਜੀ ਪੈਦਾ ਹੋ ਗਈ। ਸੋ ਇੱਛਾਵਾਂ ਪੈਦਾ ਹੋ ਹੀ ਜਾਂਦੀਆਂ ਨੇ, ਤੇ ਉਹਨਾਂ ਇੱਛਾਵਾਂ ਨੂੰ, ਉਹਨਾਂ ਡਿਜ਼ਾਇਰਸ ਨੂੰ ਪੂਰਾ ਕਰਨ ਦੇ ਲਈ ਅਸੀਂ ਉਸ ਪਰਮ ਪਿਤਾ ਪਰਮੇਸ਼ਰ ਦੇ ਅੱਗੇ, ਉਸ ਵਾਹਿਗੁਰੂ ਦੇ ਅੱਗੇ, ਅੱਲਾਹ ਤਾਲਾ ਕੋਲ ਬੇਨਤੀ ਕਰਦੇ ਹਾਂ ਕਿ ਦੇਖੋ ਸੱਚੇ ਪਾਤਸ਼ਾਹ, ਮੈਂ ਆਪਣੀ ਕੋਸ਼ਿਸ਼ ਨਾਲ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਿਆ। ਹੁਣ ਮੈਂ ਇਹਨਾਂ ਚੀਜ਼ਾਂ ਨੂੰ ਜਦੋਂ ਪ੍ਰਾਪਤ ਹੀ ਨਹੀਂ ਕਰ ਸਕਿਆ, ਮੇਰੀਆਂ ਸਾਰੀਆਂ ਐਫਰਟਸ ਫੇਲ ਹੋ ਚੁੱਕੀਆਂ ਨੇ, ਤੇ ਅਸੀਂ ਮਜਬੂਰ ਹੋ ਕੇ ਕਿ ਹੁਣ ਸਾਡਾ ਇਹ ਹੱਥ ਵੱਸ ਦਾ ਕੰਮ ਨਹੀਂ ਹੈ, ਤੇ ਫਿਰ ਅਸੀਂ ਉਸ ਪਰਮਾਤਮਾ ਤੋਂ ਰਹਿਮਤ ਮੰਗਦੇ ਹਾਂ ਕਿ ਤੂੰ ਹੀ ਕਰ ਸਕਦਾ ਹੈ। ਸੋ ਤੂੰ ਹੀ ਕਰ ਸਕਦਾ ਹੈ, ਉਹ ਜਿਹੜੀ ਰਹਿਮਤ ਮੰਗਦੇ ਹਾਂ, ਉਸੇ ਨੂੰ ਅਸੀਂ ਅਰਦਾਸ, ਬੇਨਤੀ, ਦੁਆ, ਫਰਿਆਦ ਕਹਿੰਦੇ ਹਾਂ। ਦੇਖ ਲਓ, ਜੇ ਅਸੀਂ ਆਪਣੀ ਰੋਜ਼ਾਨਾ ਦੀ ਲਾਈਫ ਦੇ ਬਾਰੇ ਵੀ ਸੋਚੀਏ ਕਿ ਕਈ ਵਾਰ ਅਸੀਂ ਆਪਣੇ ਜਿਹੜਾ ਪਾਵਰਫੁਲ ਹੈ, ਜ਼ਿਆਦਾ ਜਿਹੜਾ ਪਾਵਰਫੁਲ ਹੈ, ਜਿਹਦੇ ਕੋਲ ਜ਼ਿਆਦਾ ਪਾਵਰ ਹੈ, ਉਹਦੇ ਕੋਲੇ ਕੋਈ ਨਾ ਕੋਈ ਅਰਜੀ, ਬੇਨਤੀ ਕਰਦੇ ਰਹਿੰਦੇ ਹਾਂ। ਜਦੋਂ ਆਪਾਂ ਸਕੂਲ 'ਚ ਪੜ੍ਹਦੇ ਸੀਗੇ
किस दिन छुट्टी लैनी हुंदी आप एप्लीकेशन लिख के दे। मैनूं हुण तां नहीं पता, अगे साडे टाइम 'च एप्लीकेशन भेजदे सी कि माँ बाप भी साडा मुंडा बीमार है जां इहनूं काम है जां ब्याह जाना किते बाहर जाना, इहनूं 2 दिन दी 4 दिन दी छुट्टी दे दिओ। हैडमास्टर फिर अर्जी जिहड़ी सीगी ਉਹ रिक्वेस्ट जिहड़ी कीती सी ਉਹਨੂੰ ही आपां प्रेयर कह सकदे हां, ਉਹ जिवें बेनती कह सकदे हां। ते होर देख लो भी जदों सानूं अज दे हरेक बंदे नूं कदे ना कदे तां जरूर ही ਉਹਨੂੰ बुखार चढ़िया होऊगा, कदे ना कदे अखां चों नक चों ਉਹਦੇ खारश हुंदी है, नक चलदा है, फिर कदे कदे ਉਹਦੇ खट्टे डकार आउंदे ने, कदे टैंपरेचर ज़्यादा हो जाता है, कदे कहंदे ने मैनूं चक्कर आ रहे ने। सो जदों अजिहियां चीज़ां हुंदियां असीं इहनूं इलाज आप नहीं कर सकदे ते फिर असीं भज के फटाफट डॉक्टर कोले जाने आ कि डॉक्टर साहब मैनूं कोई वधिया जी दवाई दिओ तां कि मेरी जिहड़ी बीमारी है वो दूर हो जावे, मैं ठीक हो जावां। इसे नूं प्रेयर कहने आ। द प्रेयर इज अपील टू गॉड टू ग्रांट आवर रिक्वेस्ट। जिहड़ी रूहानी है प्रेयर, ਉਹਦੇ ਵਿੱਚ ਅਸੀਂ परमात्मा ਨੂੰ ਬੇਨਤੀ ਕਰਦੇ ਹਾਂ कि ਜਿਹੜੀ मैं ਤੁਹਾਨੂੰ ਬੇਨਤੀ ਕਰ ਰਿਹਾ, ਜਿਹੜੀ ਤੈਨੂੰ मैं रिक्वेस्ट कर ਰਿਹਾ, ਜਿਹੜੀ मैं ਤੈਨੂੰ डिमांड कर ਰਿਹਾ, ਉਹ ਤੂੰ पूरी कर दे। एक्चुअल ਜਿਹੜੀ प्रेयर है ना, प्रेयर इज ए रिक्वेस्ट फॉर हैल्प एंड फॉरगिवनेस। एक तो आप हैल्प मंगते हैं, दूजी जे कोई गलतियां हो जांदियां ਉਹਦੇ ਲਈ सच्चे पातशाह तो माफ़ी मंगते हैं कि मेरे हथ बस कुछ नहीं हो गया, तू मैनू माफ़ कर दे। ये जी रिक्वेस्ट भेजनी है माफ़ी की जां किसी डिमांड की, इनू आपां प्रेयर कहने। इट इज़ ए वे ऑफ थैंक्स, शुक्र करना ढंग है, वह भी एक प्रेयर है। भाव जदों असीं अपनियां इच्छावां नू खुद आप पूरा नहीं कर सकते, उस वक्त असी किसी देवी देवते नूं, परमात्मा नूं, अल्लाह वाहिगुरू नूं, अल्लाह ताला नूं उहदे चरनां दे विच उसनूं पूरा करन दी बेनती करदे हां, अपनियां भुल्लां दी माफ़ी मंगदे हां। इहो ही प्रेयर है। मेरे ख्याल इन्नी गल बड़ी क्लीयर है। हुण दूजी गल है कि प्रेयर ते मैਡੀਟੇਸ਼ਨ, भजन सिमरन ते अरदास दे विच की फर्क है। देख लो, बड़ा सिंपल तरीके नाल समझाउण दी कोशिश करांगे, नहीं तां कॉम्पलीकेट करांगे ते फिर तुहानूं गल नहीं क्लीयर होनी। जदों असीं अपनी डिमांड ਜਾਂ गलतियां, ख्वाहिशां ਜਾਂ भुल चुक लई गॉड कोल फरियाद करिए तो प्रेयर है। तो ਜਿਹੜੀਆਂ गलतियां दी लई ਜਾਂ डिमांड दे लई ਅਸੀਂ फरियाद करते हैं ਉਹਨੂੰ प्रेयर कहने आ। पर उन फरियाद ਨੂੰ ਉਹ ਭੁੱਲ ਚੁੱਕ ਦੇ ਲਈ ਫਿਰ ਅਸੀਂ ਰਿਜ਼ਲਟ ਵੀ ਚਾਹੁੰਦੇ ਆ ਵੀ ਸਾਨੂੰ ਉਸਨੇ ਮਾਫ ਕਰਤਾ ਕਿ ਨਹੀਂ, ਸਾਡੀ ਡਿਮਾਂਡ ਪੂਰੀ ਹੋ ਗਈ ਕਿ ਨਹੀਂ। ਉਹਦੇ ਲਈ ਕੀ ਕਹਿੰਦੀ ਹੈ, ਉਹੀ ਜਦੋਂ ਅਸੀਂ ਰਿਜ਼ਲਟ ਚਾਹੁੰਦੇ ਹਾਂ ਤਾਂ ਉਹਨੂੰ ਅਸੀਂ ਮੈਡੀਟੇਸ਼ਨ ਕਹਿੰਦੇ ਆ, ਸਿਮਰਨ ਕਹਿੰਦੇ ਆ। देख लो सिंपल तरीके नाल, इन अदर वर्ड्स प्रेयर इज यू आर स्पीकिंग टू गॉड। असी रब दे कोले, परमात्मा दे कोले अखां मीच के जां कुछ ना कुछ कहने, मैं सच्चे पातशाह मैनू मुंडे दा, मेरा मुंडा नहीं मुंडा कर दे, मुंडे दा ब्याह कर दे, मुंडा बैड कंपनी च हो गया उहनूं पूरा कर दे, मेरे बिजनेस घाटा पई जांदा इहनूं पूरा कर दे। इह असी रब नाल गलबात करदे। ते जदों असी मैਡੀਟੇਸ਼ਨ करदे, जदों असी चाहुंदे भी साडी गलबात पूरी हो जाए, ਉਹਦੇ ਲਈ ਫਿਰ ਅਸੀਂ ਉਹਨੂੰ ਪ੍ਰੈਕਟੀਕਲ ਸ਼ੇਪ ਦਿੰਨੇ ਆ। ਤੇ ਉਹਦੇ ਲਈ ਜਿਹੜੀ ਸਾਡੀ ਸਪਿਰਿਟ ਹੈ ਅੰਦਰ, ਆਤਮਾ ਹੈ, ਉਹ ਆਤਮਾ ਫਿਰ ਸਾਨੂੰ ਦੱਸਦੀ ਹੈ। ਉਹ ਆਤਮਾ ਐਂਡ ਮੈਡੀਟੇਸ਼ਨ ਦ ਸਪਿਰਿਟ ਸਪੀਕਸ ਟੂ ਅਸ। ਪਹਿਲਾਂ ਜਿਹੜੀ ਪ੍ਰੇਅਰ ਦੇ ਵਿੱਚ ਅਸੀਂ ਪਰਮਾਤਮਾ ਨਾਲ ਗੱਲ ਕਰਦੇ ਹਾਂ, ਤੇ ਮੈਡੀਟੇਸ਼ਨ ਦੇ ਵਿੱਚ ਜਿਹੜੀ ਜਾਂ ਪਰਮਾਤਮਾ ਕਹਿ ਲਓ ਜਾਂ ਸਾਡੇ ਅੰਦਰ ਹੈ, ਉਹ ਸਾਡੇ ਨਾਲ ਗੱਲ ਕਰਦਾ। ਬਸ ਆਹੀ ਡਿਫਰੈਂਸ ਹੈ, ਹੋਰ ਕੁਝ ਨਹੀਂ ਹੈ। ਹੁਣ ਤੁਸੀਂ ਜੇ ਆਪਾਂ ਅਗਲੀ ਗੱਲ ਕਰਨੀ ਚਾਹੀਏ ਕਿ ਦੇਖ ਲਓ, ਜੇ ਆਪਾਂ ਕੋਈ ਮਕਾਨ ਬਣਾਉਣਾ ਹੋਵੇ ਤਾਂ ਪਹਿਲਾਂ ਕੀ ਕਰਦੇ ਹਾਂ ਕਿ ਆਪਾਂ ਮਿਊਨਿਸਪਲ ਕਮੇਟੀ ਨੂੰ ਜਾਂ ਇੱਥੇ ਕੈਨੇਡਾ ਵਿੱਚ ਸਿਟੀ ਨੂੰ ਕਹਿੰਦੇ ਆ ਸਿਟੀ ਹਾਲ ਨੂੰ, ਉਹਨੂੰ ਅਸੀਂ ਆਪਣਾ ਨਕਸ਼ਾ ਬਣਾ ਕੇ, ਡਰਾਇੰਗ ਬਣਾ ਕੇ ਸਬਮਿਟ ਕਰਦੇ ਹਾਂ ਵੀ ਉਹ ਦੇਖ ਕੇ, ਐਕਸਪਰਟ ਦੇਖ ਕੇ ਵੀ ਸਾਡੀ ਇਹ ਤੂੰ ਨਕਸ਼ਾ ਪੂਰਾ ਕਰ ਦੇ। ਇਹਨੂੰ ਪ੍ਰੇਅਰ ਹੈ। ਤੇ ਫਿਰ ਜਿਹੜਾ ਨਕਸ਼ਾ ਪੂਰਾ ਹੋ ਜਾਂਦਾ, ਉਹ ਹੁਣ ਜਿਹੜਾ ਮਕਾਨ ਬਣਾਉਣਾ ਉਹਦੇ ਲਈ ਅਸੀਂ ਇੱਟਾਂ ਖਰੀਦਦੇ ਹਾਂ, ਸੀਮੈਂਟ ਖਰੀਦਦੇ ਹਾਂ, ਸਰੀਆ ਖਰੀਦਦੇ ਹਾਂ, ਕਾਰੀਗਰ ਖਰੀਦਦੇ ਹਾਂ, ਤੇ ਉਸ ਨੂੰ ਫਿਰ ਅਸੀਂ ਅਮਲੀ ਜਾਮਾ ਦਿੰਦੇ ਹਾਂ, ਤੇ ਉਹ ਸਾਡੀ ਮੈਡੀਟੇਸ਼ਨ ਹੈ। ਜਿਵੇਂ ਗੁਰਦੁਆਰੇ ਦੇ ਅੰਦਰ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਲਈ ਅਸੀਂ ਪਹਿਲਾਂ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਜਿਵੇਂ ਨਛੱਤਰ ਗਿੱਲ ਨੇ ਕਿਹਾ ਸੀ, ਅਰਦਾਸ ਕਰਦੇ ਹਾਂ ਤੇ ਅੱਖਾਂ ਮੀਚ ਕੇ ਅਰਦਾਸ ਕਰਦੇ ਹਾਂ ਕਿ ਮੇਰਾ ਆਹ ਕੰਮ ਪੂਰਾ ਕਰ ਦੇ। ਜਿਵੇਂ ਉਹਨਾਂ ਨੇ ਕਿੰਨਾ ਕਿਹਾ ਵੀ ਨਾਮ ਜਪਣ ਦੀ ਹੋਵੇ ਸਮਰਥਾ, ਤੇ ਸਿੱਖ ਧਰਮ ਦੀ ਇੰਝ ਹੋਵੇ, ਸਾਡੇ ਗੁਰਦੁਆਰੇ ਸਾਹਿਬਾਨ ਜਿੱਥੇ ਤੇ ਵਿਛੜੇ ਨੂੰ ਉਹਨਾਂ ਨਾਲ ਮਿਲਾ। ਇਹ ਹੈਗੀ ਪ੍ਰੇਅਰ। ਤੇ ਜਦੋਂ ਫਿਰ ਸਿੱਧੇ ਹੋ ਕੇ ਕੌਨਸੈਂਟਰੇਟ ਹੋ ਕੇ ਵਾਹਿਗੁਰੂ 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 ਦਾ ਜਾਪ ਕਰਦੇ ਆ, ਉਹ ਮੈਡੀਟੇਸ਼ਨ ਹੈ। ਗੱਲ ਕਲੀਅਰ ਹੋ ਗਈ ਨਾ। ਮੈਡੀਟੇਸ਼ਨ ਹੈਗਾ ਪਰਮਾਤਮਾ ਦੇ ਮੰਤਰ ਨੂੰ, ਗੁਰੂ ਮੰਤਰ ਨੂੰ ਜਪਣਾ, ਤੇ ਪ੍ਰੇਅਰ ਹੈਗੀ ਉਸ ਗੁਰੂ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ ਰਿਕੁਐਸਟ ਪਾਉਣਾ ਕਿ ਮੇਰੀ ਆਹ ਡਿਮਾਂਡ ਹੈ ਜਾਂ ਮੈਥੋਂ ਆਹ ਗਲਤੀ ਹੋ ਗਈ, ਇਹਨੂੰ ਬਖਸ਼ ਦਿਓ। ਬਸ ਇੰਨਾ ਹੀ ਫਰਕ ਹੈ।
ਜਿਹੜੀ ਹੁਣ ਪ੍ਰੇਅਰ ਹੈ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਪ੍ਰੇਅਰ ਹੁੰਦੀ ਹੈ ਜੀ 3 ਪ੍ਰਕਾਰ ਦੀ। ਪਹਿਲੀ ਹੁੰਦੀ ਹੈ ਵੋਕਲ, ਬੋਲ ਬੋਲ ਕੇ, ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਹੋ ਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੇ ਕੰਮ ਖਤਮ ਹੋਣ ਤੋਂ ਪਹਿਲਾਂ ਅਰਦਾਸ ਕਰਦੇ ਹਾਂ, ਜਾਂ ਮੰਦਿਰ ਦੇ ਵਿੱਚ ਉਹ ਜਿਹੜੇ ਨੇ ਦ ਮੋਸਟ ਪਪੂਲਰ ਵਰਸ਼ਿਪ ਇਨ ਹਿੰਦੂਇਜ਼ਮ ਇਜ਼ ਮੰਤਰ, ਦ ਚੈਂਟਿੰਗ ਆਫ ਮੰਤਰ, ਜੋ ਮੰਤਰ ਪੜ੍ਹਦੇ ਹਾਂ ਅਸੀਂ ਵੇਦਾਂ ਦੇ, ਉਹ ਵੀ ਪ੍ਰੇਅਰ ਹੈ। ਤੇ ਸਿੱਖ ਧਰਮ ਵਿੱਚ ਦੱਸਿਆ ਹੀ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਹੋ ਕੇ ਆਪਣੀਆਂ ਗਲਤੀਆਂ ਦੀ ਤੇ ਆਪਣੀ ਸ਼ੁਭ ਫਿਊਚਰ ਦੇ ਲਈ ਅਰਦਾਸ ਕਰਦੇ ਹਾਂ, ਉਹ ਹੈਗੀ ਪ੍ਰੇਅਰ, ਜਿਹਨੂੰ ਆਪਾਂ ਵੋਕਲ ਕਹਿੰਦੇ ਹਾਂ, ਬੋਲ ਕੇ ਕੀਤੀ ਜਾਂਦੀ ਹੈ। ਦੂਜੀ ਹੁੰਦੀ ਹੈ ਮੈਂਟਲ ਪ੍ਰੇਅਰ। ਮੈਂਟਲ ਜਿਹੜਾ ਸਾਡਾ ਮਾਈਂਡ ਹੈ ਨਾ, ਬੋਲਦੇ ਨਹੀਂ ਇਹਦੇ ਵਿੱਚ ਅਸੀਂ ਪਰਮਾਤਮਾ ਦੇ ਅਗਰ ਆਪਣੇ ਮਨ ਦੇ ਨਾਲ ਅੰਦਰ ਹੀ ਅੰਦਰ ਪਰਮਾਤਮਾ ਦੇ ਅੱਗੇ ਆਪਣੀਆਂ ਗਲਤੀਆਂ ਨੂੰ ਮੰਨਦੇ ਹਾਂ, ਕਨਫੈਸ ਕਰਦੇ ਹਾਂ ਕਿ ਮੇਰੇ ਤੋਂ ਬਾਹਰ ਤਾਂ ਅਸੀਂ ਮੰਨਦੇ ਹੀ ਨਹੀਂ, ਪਰ ਪਰਮਾਤਮਾ ਦੇ ਅੱਗੇ ਬੈਠ ਕੇ ਜੋ ਗਲਤੀਆਂ ਹੋ ਜਾਂਦੀਆਂ ਉਹ ਕਨਫੈਸ ਕਰਦੇ ਕਿ ਮੇਥੋਂ ਭੁੱਲ ਚੁੱਕਾਂ ਹੋ ਗਈਆਂ ਤੇ ਤੂੰ ਮੈਨੂੰ ਉਹਦੇ ਲਈ ਬਖਸ਼ ਦੇ। ਤੇ ਤੀਸਰੀ ਹੁੰਦੀ ਹੈ ਮਿਸਟੀਕਲ। ਮਿਸਟੀਕਲ ਤਾਂ ਮੇਰੇ ਖਿਆਲ 'ਚ ਐਵੇਂ ਦੱਸਦਾ ਨਹੀਂ ਆ ਤੁਹਾਨੂੰ, ਮਿਸਟੀਕਲ ਕਰਨੀ ਬੜੀ ਔਖੀ ਹੈ। ਹਾਂ, ਜਿਹੜੇ ਮਿਹਨਤ ਕਰਦੇ ਨੇ ਉਹ ਪ੍ਰਾਪਤ ਵੀ ਕਰ ਲੈਂਦੇ। ਜੇ ਹੁਣ ਮੈਂ ਕਹਾਂ IAS ਅਫਸਰ ਬਣਨਾ ਔਖਾ, ਪਰ ਇਹਦਾ ਨਹੀਂ ਕੋਈ IAS ਅਫਸਰ ਨਹੀਂ ਬਣਦਾ। ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਬੰਦੇ ਆਪਣਾ ਅੰਦਰੋਂ ਪਰਦਾ ਖੋਲ ਲੈਂਦੇ ਨੇ, ਜਿਨ੍ਹਾਂ ਦੀ ਰੂਹ ਥਰਡ ਆਈ ਦੇ ਉੱਤੇ ਆ ਜਾਂਦੀ ਹੈ, ਸ਼ਿਵ ਨੇਤਰ ਖੁੱਲ ਜਾਂਦੇ ਨੇ, ਦਿਵ ਚਿਕਸ਼ੂ ਖੁੱਲ ਜਾਂਦੇ ਨੇ, ਉਸ ਵੇਲੇ ਸਾਡੀ ਰੂਹ ਕਰਦੀ ਆ। ਉੱਥੇ ਮਨ ਕਰਦਾ ਸੀ, ਇੱਥੇ ਰੂਹ ਰੱਬ ਨਾਲ ਗੱਲ ਕਰਦੀ ਹੈ। ਤੇ ਜੋ ਰੱਬ ਨਾਲ ਹੀ ਗੱਲ ਕਰਦੀ ਹੈ ਫਿਰ ਤੁਹਾਡੀ ਡਿਮਾਂਡ ਤਾਂ ਰਹਿੰਦੀ ਨਹੀਂ, ਉਹ ਤਾਂ ਤੁਸੀਂ ਆਟੋਮੈਟਿਕਲੀ 100% ਜੋ ਵੀ ਤੁਸੀਂ ਚਾਹੁੰਦੇ ਹੋ ਪੂਰਾ ਹੁੰਦਾ, ਕਿਉਂਕਿ ਤੁਸੀਂ ਰੱਬ ਦੇ ਗੋਦੀ ਦੇ ਵਿੱਚ ਬੈਠੇ ਹੁੰਦੇ ਹੋ। ਸੋ ਇਹ 3 ਪ੍ਰਕਾਰ ਦੀ ਪ੍ਰੇਅਰ ਹੈ। ਇੱਕ ਬੋਲ ਕੇ ਕਰਦੇ ਹਾਂ, ਇੱਕ ਮਨ ਦੇ ਨਾਲ ਕਰਦੇ ਹਾਂ ਚੁੱਪ ਕਰਕੇ, ਤੇ ਤੀਜੀ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆਪਣੇ ਜਿਹੜੇ ਖਿਆਲ ਨੂੰ ਹੈ ਤੀਸਰੇ ਤਿਲ ਤੇ ਲੈ ਆਉਂਦੇ ਹਾਂ, ਉਸ ਵੇਲੇ ਜਿਹੜੀ ਪ੍ਰੇਅਰ ਕਰਦੇ ਹੋ ਉਹਨੂੰ ਅਸੀਂ ਮਿਸਟੀਕਲ ਪ੍ਰੇਅਰ ਕਰਦੇ ਹਾਂ। ਅਗਲਾ ਜਿਹੜਾ ਟੌਪਿਕ ਹੈ ਉਹ ਲਵਾਂਗੇ ਆਪਾਂ ਕਿ ਪ੍ਰੇਅਰ ਕਿੱਥੇ, ਵੇਅਰ, ਕਦੋਂ, ਵੈਨ ਅਤੇ ਕਿਸ ਦੀ ਕਰਨੀ ਹੈ। ਦੇਖੋ ਹੁਣ ਇਹਦੇ ਲੰਬਾ ਚੌੜਾ ਤਾਂ ਤੁਸੀਂ ਕਹੋ ਤਾਂ ਮੈਂ ਪੂਰਾ 40 ਮਿੰਟ ਦੇ ਉੱਤੇ ਬੋਲਦਾ ਨਾ, ਫਿਰ ਉਹ ਤੁਸੀਂ ਜ਼ਿਆਦਾ ਬੋਰ ਹੋ ਜਾਓਗੇ। ਸਿੱਧੀ ਜੀ ਗੱਲ ਇਹ ਹੈ, ਜੇ ਆਪਾਂ ਸਿੰਪਲ ਤਰੀਕੇ ਨਾਲ ਸਮਝਾਉਣਾ ਹੋਵੇ, ਸ਼ਾਰਟਕਟ ਸਮਝਾਉਣਾ ਹੋਵੇ ਕਿ ਪ੍ਰੇਅਰ ਕਿੱਥੇ ਕਰਨੀ ਹੈ, ਵੈਸੇ ਤਾਂ ਮੇਰੇ ਖਿਆਲ ਦੇ ਵਿੱਚ ਪ੍ਰੇਅਰ ਇਕੱਲਾ ਜਿੱਥੇ ਸ਼ਾਂਤ ਚਿੱਤ ਹੋ ਕੇ ਤੁਸੀਂ ਪ੍ਰੇਅਰ ਕਰਦੇ ਹੋ, ਚਾਹੇ ਤੁਸੀਂ ਬੈੱਡ ਤੇ ਬੈਠ ਕੇ ਕਰਦੇ ਹੋ, ਕਮਰੇ 'ਚ ਕਿਤੇ ਬੈਠਦੇ ਹੋ ਜਿੱਥੇ ਸ਼ੋਰ ਸ਼ਰਾਬਾ ਨਾ ਹੋਵੇ, ਉਹ ਵਧੀਆ ਹੁੰਦਾ। ਪਰ ਮੈਂ ਤਾਂ ਗੱਲ ਮੁੱਕਦੀ ਗੱਲ ਕਰਦਾ, ਪ੍ਰੇਅਰ ਜਿੱਥੇ ਮਰਜ਼ੀ ਕਰੋ, ਜਿੱਥੇ ਵੀ ਪਰਮਾਤਮਾ ਵਾਹਿਗੁਰੂ ਅੱਲਾ ਯਾਦ ਆ ਜਾਏ ਨਾ, ਉਹ ਪ੍ਰੇਅਰ ਬੈਸਟ ਹੈ। ਐਵੇਂ ਮੈਂ ਤੁਹਾਨੂੰ ਨਿਯਮ ਜੇ ਬਣਾ ਦਿਆਂ ਵੀ ਤੁਸੀਂ ਕਮਰੇ 'ਚ ਬਹਿ ਕੇ ਕਰੋ ਜੀ, ਸਕੂਲ ਦੇ ਕਾਰਨਰ ਤੇ ਬਹਿ ਕੇ ਕਰੋ ਜੀ, ਛੱਤ ਤੇ ਬਹਿ ਕੇ ਕਰੋ ਜੀ, ਜੰਗਲ 'ਚ ਕਰੋ ਜੀ, ਟਰੀ ਦੇ ਥੱਲੇ ਕਰੋ। ਮੈਂ ਤਾਂ ਗੱਲ ਸਿੰਪਲ ਜਿਹੇ ਤਰੀਕੇ ਜੋ ਮੈਂ ਸਿੱਖਿਆ ਉਹ ਹੈ, ਪ੍ਰੇਅਰ ਜਿੱਥੇ ਮਰਜ਼ੀ ਕਰੋ, ਪਰਮਾਤਮਾ ਦਾ ਨਾਂ ਯਾਦ ਹੋਣਾ ਚਾਹੀਦਾ, ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਹ ਪ੍ਰੇਅਰ ਵਧੀਆ ਹੈ। ਆਲ ਇਜ਼ ਹੋਲੀ ਬੇਅਰ ਡਿਵੋਸ਼ਨ ਨਹੀਂ, ਜਿੱਥੇ ਸਾਡੇ ਗੋਡੇ ਝੁਕ ਜਾਣ ਉਹੀ ਪ੍ਰੇਅਰ ਵਧੀਆ। ਜਿੱਥੇ ਆਕੜੀ ਆਕੜਾ ਗਰਦਨ ਧਾਉਣ ਵਾਲੀ ਉਹ ਪ੍ਰੇਅਰ ਦਾ ਕੋਈ ਫਾਇਦਾ ਨਹੀਂ, ਚਾਹੇ ਜਿੱਥੇ ਮਰਜ਼ੀ ਕਰੋ। ਪਰ ਜਿੱਥੇ ਅਸੀਂ ਆਪਣੇ ਆਪ ਨੂੰ ਨੀਵਾਂ ਹੋ ਕੇ ਉਹਦੀ ਹਜ਼ੂਰੀ ਦੇ ਵਿੱਚ ਗੱਲਬਾਤ ਕਰਦੇ ਹਾਂ, ਰਿਕੁਐਸਟ ਕਰਦੇ ਹਾਂ, ਉਹੀ ਜਗ੍ਹਾ ਵਧੀਆ। ਹੁਣ ਕਦੋਂ ਕਰਨੀ ਹੈ? ਜਦੋਂ ਮਰਜ਼ੀ ਟਾਈਮ ਮਿਲੇ ਪ੍ਰੇਅਰ ਕਰੋ। ਪਰਮਾਤਮਾ ਦੇ ਦਰਵਾਜ਼ੇ ਤਾਂ ਹਮੇਸ਼ਾ ਹੀ ਖੁੱਲ੍ਹੇ ਹੁੰਦੇ ਨੇ, ਪਰ ਵਧੀਆ ਜਿਹੜੀ ਪ੍ਰੇਅਰ ਹੈ ਉਹ ਅਰਲੀ ਇਨ ਦਾ ਮਾਰਨਿੰਗ, ਅੰਮ੍ਰਿਤ ਵੇਲੇ ਜਦੋਂ ਤੁਸੀਂ ਕਰਦੇ ਹੋ, ਜਾਂ ਜਦੋਂ ਸੌਣ ਤੋਂ ਪਹਿਲਾਂ 1-2 ਮਿੰਟ ਚੌਂਕੜੀ ਮਾਰ ਕੇ ਬੈਠਦੇ ਹੋ, ਢੂੰ ਲਾ ਕੇ ਬੈਠਦੇ ਹੋ, ਉਸ ਵੇਲੇ ਜਦੋਂ ਤੁਸੀਂ ਪ੍ਰੇਅਰ ਕਰਦੇ ਹੋ ਕਿ ਮੈਂ ਅੱਜ ਸਾਰੇ ਦਿਨ ਦੇ ਵਿੱਚ ਆਹ ਚੰਗੇ ਕੰਮ ਕੀਤੇ ਤੇ ਆਹ ਬੁਰੇ ਕੰਮ ਕੀਤੇ। ਜਿਹੜੇ ਕੰਮ ਚੰਗੇ ਹੋ ਗਏ ਉਹਦੇ ਲਈ ਆਪਦੀ ਟੌਰ ਨਾ ਬਣਾਓ, ਉਹਦੇ ਲਈ ਪਰਮਾਤਮਾ ਦਾ ਸ਼ੁਕਰ ਕਰੋ, ਤੇ ਜਿਹੜੇ ਬੁਰੇ ਹੋ ਗਏ ਉਹਦੇ ਲਈ ਪਛਤਾਤਾਪ ਕਰੋ। ਇਹ ਵਧੀਆ ਪ੍ਰੇਅਰ ਹੈ, ਕਿਉਂਕਿ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜਦੋਂ ਜਿਹੜੇ ਸੁੱਤੇ ਘਰਾੜੇ ਹੀ ਮਾਰੀ ਜਾਂਦੇ ਨੇ, ਘਰਾੜੇ ਹੀ ਮਾਰੀ ਜਾਂਦੇ, ਉਦੋਂ ਬਾਅਦ ਉੱਠ ਕੇ ਸਿਗਰਟ ਪੀ ਲਈ, ਉਦੋਂ ਬਾਅਦ ਉੱਠ ਕੇ ਪੈਗ ਲਾ ਲਿਆ, ਉਦੋਂ ਬਾਅਦ ਉੱਠਣ ਸਾਰੀ TV ਦੇਖ ਲਿਆ, ਫੇਸਬੁੱਕ ਦੇਖ ਲਈ, ਕਿਹਦੇ ਮੈਸੇਜ ਆਏ ਕਿਹਦੇ ਨਹੀਂ। ਉਹਦੇ ਨਾਲੋਂ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਪ੍ਰਾਇਓਰਟੀ ਜਿਹੜੀ ਹੋਣੀ ਚਾਹੀਦੀ ਹੈ ਉਹ 2 ਮਿੰਟ 1 ਮਿੰਟ ਉਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੋ ਕਿ ਅੱਜ ਜਿਹੜਾ ਦਿਨ ਚੜ੍ਹਿਆ ਵਧੀਆ ਹੋਵੇ, ਜੋ ਕੱਲ੍ਹ ਮੇਥੋਂ ਗਲਤੀਆਂ ਗਈਆਂ ਉਹਦੇ ਲਈ ਮਾਫੀ ਦੇਈਏ। ਸੋ ਇਸ ਕਰਕੇ ਸਮਾਂ ਸਾਰਾ ਹੀ ਵਧੀਆ, ਪਰ ਅੰਮ੍ਰਿਤ ਵੇਲੇ ਤੇ ਸੌਣ ਤੋਂ ਪਹਿਲਾਂ ਜਿਹੜੀ ਪ੍ਰੇਅਰ ਕੀਤੀ ਹੁੰਦੀ ਹੈ ਉਹਦੇ ਕੁਝ ਜ਼ਿਆਦਾ ਬੈਨੀਫਿਟ ਨੇ। ਫਿਰ ਕਿਸ ਚੀਜ਼ ਦੀ ਅਰਦਾਸ ਕਰਨੀ ਹੈ? ਦੇਖੋ, ਅਰਦਾਸ ਉਸ ਚੀਜ਼ ਦੀ ਕਰੋ, ਪਰਮਾਤਮਾ ਕੋਲੋਂ ਉਹ ਚੀਜ਼ ਮੰਗੋ ਜਿਸ ਦਾ ਸਾਡਾ ਇਸ ਦੁਨੀਆ ਦੇ ਅੰਦਰ ਅਤੇ ਮਰਨ ਤੋਂ ਬਾਅਦ ਵੀ ਫਾਇਦਾ ਹੋਵੇ। ਜਦੋਂ ਅਸੀਂ ਮਨ ਦੇ ਮਗਰ ਲੱਗ ਕੇ ਕੋਈ ਪ੍ਰੇਅਰ ਕਰਦੇ ਹਾਂ ਨਾ, ਉਹਦੇ ਨਾਲ ਕਈ ਵਾਰ ਸਾਨੂੰ ਨੁਕਸਾਨ ਹੁੰਦਾ, ਕਈ ਵਾਰੀ ਪੂਰੀ ਵੀ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਅਸੀਂ ਸੈਲਫਿਸ਼ ਹੁੰਦੇ ਹਾਂ, ਆਪਦੇ ਬਾਰੇ ਮੰਗਦੇ ਹਾਂ।
ਜੇ ਹੁਣ ਅਸੀਂ ਇਹ ਗੱਲ ਕਰੀਏ ਹਾਈਵੇ ਤੇ ਜਾ ਰਹੇ ਹਾਂ ਤੇ ਆਪਾਂ ਅਮਰੀਕਾ ਦੇ ਬਾਰਡਰ ਕ੍ਰਾਸ ਕਰਨਾ ਲੇਟ ਹੋ ਰਹੇ ਹਾਂ ਕਿਉਂਕਿ ਅੱਗੇ ਕਿਸੇ ਨੂੰ ਮਿਲਣਾ ਸੀਗਾ ਤੇ ਸਪੀਡ ਦੱਬਦੀ ਏ ਅਸੀਂ ਪੂਰੀ ਹੈ ਇੱਥੇ ਸਪੀਡ ਹਾਈਵੇ ਦੀ 100 ਦੀ, ਤੁਸੀਂ 110 ਚਲਾ ਲਓ, 15 ਚਲਾ ਲਓ, 20 ਚਲਾ ਲਓ, ਜੇ ਚਲਾਉਣੀ 150 60 ਤੇ ਫਿਰ ਅਰਦਾਸ ਕਰੋ ਮੈਨੂੰ ਛੇਤੀ ਪਹੁੰਚਾ ਦੇ ਸੱਚੇ ਪਾਤਸ਼ਾਹ। ਇਹ ਤਾਂ ਤੁਸੀਂ ਸੈਲਫਿਸ਼ ਤਰੀਕੇ ਨਾਲ ਕੀਤੀ ਹੈ, ਤੁਸੀਂ ਕਿੰਨੇ ਬੰਦਿਆਂ ਨੂੰ ਹੋਰ ਵੀ ਮਾਰੋਗੇ। ਉਹੋ ਜਿਹੜੀ ਅਰਦਾਸ ਹੈ ਤਾਂ ਹੀ ਕਹਿੰਦੇ ਨੇ ਪੂਰੀ ਨਹੀਂ ਹੁੰਦੀ, ਸਗੋਂ ਪ੍ਰੇਅਰ ਹਮੇਸ਼ਾ ਮਨ ਦੇ ਮਗਰ ਲੱਗਣ ਦੀ ਥਾਂ ਤੇ ਆਤਮਾ ਜਿਹੜੀ ਤੁਹਾਡੀ ਅੰਤਰ ਆਤਮਾ ਉਹਦੀ ਗੱਲ ਸੁਣ ਕੇ ਜਦੋਂ ਅਸੀਂ ਕੋਈ ਅਰਦਾਸ ਕਰਦੇ ਹਾਂ ਨਾ ਉਹ ਵਧੀਆ ਅਰਦਾਸ ਹੁੰਦੀ ਹੈ। ਉਹ ਅਰਦਾਸ ਜਿਹੜੀ ਹੈ ਉਹ ਪਰਮਾਤਮਾ ਦੇ ਕੋਲੇ ਪਹੁੰਚੀ ਵੀ ਜਾਂਦੀ ਹੈ। ਕਿਉਂਕਿ ਜੇ ਮੈਂ ਇੱਕ ਸਿੰਪਲ ਤਰੀਕੇ ਨਾਲ ਕਹਾਂ ਨਾ ਕਿ ਤੇਰੀ ਚਾਹੀ ਮੈਂ ਪ੍ਰਭੂ, ਕਿਉਂਕਿ ਗੋਡ ਨੋਜ਼ ਬੈਟਰ ਬਿਕਾਜ਼ ਗੋਡ ਇਜ਼ ਪਰਫੈਕਟ। ਸਾਨੂੰ ਸਿਰਫ ਆਪਣੇ ਪਾਸਟ ਦਾ ਤੇ ਪ੍ਰੈਜ਼ੈਂਟ ਦਾ ਪਤਾ ਹੈ, ਜਦੋਂ ਕਿ ਕੁੱਲ ਮਾਲਕ ਪਰਮਾਤਮਾ ਨੂੰ ਸਾਡੇ ਪਾਸਟ ਦੇ ਬਾਰੇ ਵੀ ਪਤਾ ਵੀ ਕੀ ਕਿਹੜੇ ਗੁਲ ਖਲਾਏ ਨੇ, ਪ੍ਰੈਜ਼ੈਂਟ ਦੇ ਬਾਰੇ ਵੀ ਪਤਾ ਹੈ ਤੇ ਫਿਊਚਰ ਬਾਰੇ ਵੀ ਪਤਾ ਹੈ। ਦੈਟ ਇਜ਼ ਵਾਈ ਹੀ ਇਜ਼ ਕਾਲਡ ਪਰਫੈਕਟ। ਸੋ ਜਦੋਂ ਉਹਨੂੰ ਸਾਡੇ ਆਉਣ ਵਾਲੇ ਸਮੇਂ ਬਾਰੇ ਪਤਾ ਹੈ ਤੇ ਫਿਰ ਪਰਮਾਤਮਾ ਤੇ ਛੱਡ ਦਿਓ। ਤੇਰੀ ਚਾਹੀ ਮੈਂ ਪ੍ਰਭੂ, ਜੋ ਪਰਮਾਤਮਾ ਤੂੰ ਚਾਹੁੰਦਾ ਹੈ ਮੇਰਾ ਕਲਿਆਣ, ਉਹਦੇ ਵਿੱਚ ਹੀ ਮੇਰਾ ਫਾਇਦਾ ਹੈ। ਮੇਰੀ ਚਾਹੀ ਮਤ ਕਰੋ ਮੈਂ ਮੂਰਖ ਨਾਦਾਨ। ਅਸੀਂ ਇੰਨੇ ਕੁ ਇੰਟੈਲੀਜੈਂਟ ਨਹੀਂ ਆ, ਅਸੀਂ ਮੂਰਖ ਹਾਂ, ਨਾਦਾਨ ਆ। ਜਦੋਂ ਅਸੀਂ ਡਿਮਾਂਡਸ ਕਰਦੇ ਹਾਂ ਫਿਰ ਜੋ ਡਿਮਾਂਡਸ ਸਾਡੀਆਂ ਮਜਬੂਰ ਹੋ ਕੇ ਪਰਮਾਤਮਾ ਪੂਰੀਆਂ ਕਰ ਦਿੰਦਾ ਹੈ ਤੇ ਕਈ ਵਾਰੀ ਅਸੀਂ ਫਿਰ ਬਾਅਦ ਦੇ ਵਿੱਚ ਅਸੀਂ ਰੋਂਦੇ ਹਾਂ। ਦੇਖ ਲਓ ਆਮ ਤੌਰ ਤੇ ਬਾਹਲੀ ਦੁਨੀਆ ਦੀ ਕੀ ਅਰਦਾਸ ਕਰਦੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਔਲਾਦ ਨਹੀਂ, ਮੇਰੇ ਘਰ ਵਿੱਚ ਗਰੀਬੀ ਹੈ, ਬਿਜ਼ਨਸ ਚੱਲ ਨਹੀਂ ਰਿਹਾ, ਘਾਟਾ ਪਈ ਜਾ ਰਿਹਾ, ਮੁੰਡਾ ਬੁਰੀ ਕੰਪਨੀ ਵਿੱਚ ਫਸ ਗਿਆ, ਕੁੜੀ ਦਾ ਵਿਆਹ ਨਹੀਂ ਹੁੰਦਾ, ਮੈਨੂੰ ਕੈਂਸਰ ਨੇ ਘੇਰ ਲਿਆ, ਮੇਰੇ ਸ਼ੂਗਰ ਵੱਧ ਗਈ, ਮੇਰੀਆਂ ਕਿਡਨੀਜ਼ ਫੇਲ ਹੋ ਗਈਆਂ, ਮੇਰਾ ਬਾਈਪਾਸ ਸਰਜਰੀ ਹੋਣਾ, ਇਹਨੂੰ ਨਾ ਕਰੀ, ਛੇਤੀ ਛੇਤੀ ਮੈਨੂੰ ਠੀਕ ਕਰ ਦੇ। ਅਜਿਹੀਆਂ ਜਿਹੜੀਆਂ ਪ੍ਰੇਅਰਸ ਅਸੀਂ ਕਰਦੇ ਹਾਂ ਨਾ, ਨੱਕ ਰਗੜ ਰਗੜ ਕੇ ਉਹਦੇ ਅੱਗੇ ਫਰਿਆਦ ਕਰਦੇ ਹਾਂ, ਤਾਂ ਅਕਸਰ ਕਈ ਵਾਰੀ ਦੇਖਿਆ ਕਿ ਪਰਮਾਤਮਾ ਜਦੋਂ ਸਾਡੀ ਉਹ ਪ੍ਰੇਅਰ ਨੂੰ ਕਬੂਲ ਕਰ ਲੈਂਦਾ ਤਾਂ ਅਸੀਂ ਉਸ ਤੋਂ ਕਬੂਲ ਹੋਣ ਤੋਂ ਬਾਅਦ ਉਸ ਤੋਂ ਵੱਧ ਦੁਖੀ ਹੋ ਜਾਂਦੇ ਹਾਂ। ਬਹੁਤ ਵਾਰੀ ਕਿਵੇਂ ਅਸੀਂ ਕਿਹਾ ਵੀ ਮੁੰਡੇ ਦਾ ਵਿਆਹ ਨਹੀਂ ਹੁੰਦਾ, ਮੁੰਡੇ ਦਾ ਵਿਆਹ ਹੋ ਜਾਏ, ਚਲੋ ਕੁੜੀ ਦਾ ਵਿਆਹ ਹੋ ਜਾਏ। ਜਦੋਂ ਅਸੀਂ ਰੋਜ਼ਾਨਾ ਵਰਤ ਰੱਖਦੇ ਹਾਂ, ਮੰਦਿਰ 'ਚ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਭਾਈ ਜੀ ਨੂੰ ਬੁਲਾਉਂਦੇ ਹਾਂ, ਕੀਰਤਨ ਕਰਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਰਖਾਉਂਦੇ ਹਾਂ ਤੇ ਜਦੋਂ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਕਿਉਂਕਿ ਉਹ ਤਾਂ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਪਸੀਜ ਜਾਂਦਾ ਵੀ ਹੁਣ ਮੰਨਦਾ ਹੀ ਨਹੀਂ ਇਹ। ਉਹ ਫਰਕ ਉਹ ਸਾਡੀ ਕੁੜੀ ਦਾ ਹੋ ਗਿਆ ਵਿਆਹ ਤੇ ਕੀ ਗਰੰਟੀ ਆ। ਕਈ ਵਾਰੀ ਦੇਖਿਆ ਮਹੀਨੇ ਬਾਅਦ ਕੁੜੀ ਦਾ ਡਾਈਵੋਰਸ ਹੁੰਦਾ, ਕੋਈ ਬੱਚਾ ਜੰਮਦਾ, ਫਿਰ ਹਸਬੈਂਡ ਵਾਈਫ ਨਾਲ ਲੜਾਈ ਹੁੰਦੀ ਹੈ, ਫਿਰ ਅਸੀਂ ਉਦੋਂ ਵੀ ਜ਼ਿਆਦਾ ਦੁਖੀ ਹੋ ਜਾਂਦੇ। ਔਲਾਦ ਮੰਗੀ ਕਿ ਮੇਰੇ ਮੁੰਡਾ ਹੋ ਜਾਏ, ਮੁੰਡਾ ਹੋ ਗਿਆ, ਜਦੋਂ 9ਵੀਂ 10ਵੀਂ 'ਚ ਪੜ੍ਹਦਾ ਉਹ ਡਰੱਗਸ ਦਾ ਜਿਹੜਾ ਆਦੀ ਹੋ ਗਿਆ, ਡਰੱਗਸ ਖਾਂਦਾ, ਡਰੱਗਸ ਵੇਚਦਾ, ਫਿਰ ਅਸੀਂ ਸਾਰੀ ਦਿਨ ਰੁੱਟਨੇ ਹਾਂ। ਮੁੰਡੇ ਦਾ ਵਿਆਹ ਕਰ ਦਿਓ, ਮੁੰਡੇ ਦਾ ਵਿਆਹ ਹੋਇਆ ਨਹੀਂ, ਜਨਾਨੀ ਇਹੋ ਜਿਹੀ ਆਂਦੀ ਹੈ, ਨੂੰਹ ਆਂਦੀ ਚੱਕ ਕੇ ਸਾਨੂੰ ਸਾਡੀ ਟਿੰਡ ਫੌੜੀ ਚੱਕ ਕੇ ਬਾਹਰ ਮਾਰਦੇ ਨੇ, ਫਿਰ ਅਸੀਂ ਰੋਂਦੇ ਹਾਂ। ਸੋ ਡਿਮਾਂਡਸ ਉਹ ਕਰੋ ਜਿਹਦਾ ਸਾਨੂੰ ਫਿਊਚਰ ਬਾਰੇ ਪਤਾ ਹੋਵੇ। ਕਈ ਵਾਰੀ ਔਲਾਦ ਮੰਗ ਲੈਂਦੇ ਹਾਂ ਕਿ ਉਹ ਪੈਦਾ ਹੋਇਆ ਮੁੰਡਾ, ਵੱਡੀ ਉਮਰ ਦੇ ਵਿੱਚ ਉਹ ਕੋਈ ਲੰਗੜਾ ਹੋ ਗਿਆ, ਕੋਈ ਲੂਲਾ ਹੋ ਗਿਆ, ਕੋਈ ਅਪਹਾਸ ਹੋ ਗਿਆ, ਫਿਰ ਦੁਖੀ ਆ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਸਾਨੂੰ ਆਪਣੇ ਫਿਊਚਰ ਬਾਰੇ ਪਤਾ ਨਹੀਂ। ਸੋ ਫਿਊਚਰ ਦੇ ਬਾਰੇ ਕਿਉਂਕਿ ਪਤਾ ਨਹੀਂ, ਇਸ ਕਰਕੇ ਪਰਮਾਤਮਾ ਦੇ ਅੱਗੇ ਜਦੋਂ ਵੀ ਅਰਦਾਸ ਕਰੋ ਇਹ ਕਹੋ ਬੇਸ਼ੱਕ ਮੈਂ ਅਰਦਾਸ ਕਰਤੀ ਪਰ ਤੂੰ ਉਹੀ ਪੂਰੀ ਕਰੀ ਜਿਹਦੇ ਵਿੱਚ ਮੇਰਾ ਫਾਇਦਾ ਹੋਵੇ, ਜਿਹੜੀ ਤੈਨੂੰ ਪਤਾ ਹੋਵੇ ਕਿ ਮੇਰਾ ਫਾਇਦਾ, ਜੀ ਤੈਨੂੰ ਪਤਾ ਕਿ ਮੇਰਾ ਫਾਇਦਾ ਨਾ ਹੋਵੇ ਉਹ ਬਿਲਕੁਲ ਪੂਰੀ ਨਹੀਂ ਕਰੀ। ਇਹ ਅਸਲੀ ਅਰਦਾਸ ਹੋਣੀ ਚਾਹੀਦੀ ਹੈ। ਕਿਉਂਕਿ ਜਦ ਸਾਨੂੰ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਵਿੱਚ ਸਾਡਾ ਫਾਇਦਾ ਹੈ ਤੇ ਕਿਹੜੀ ਚੀਜ਼ ਵਿੱਚ ਨੁਕਸਾਨ ਹੈ, ਫਿਰ ਸਾਨੂੰ ਪਰਮਾਤਮਾ ਤੇ ਹੀ ਛੱਡ ਦੇਣਾ ਚਾਹੀਦਾ ਹੈ। ਉਸ ਦੀ ਹਮੇਸ਼ਾ ਦਇਆ ਮਿਹਰ ਬਖਸ਼ਿਸ਼ ਦੀ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਰਹਿਮਤ ਕਰੀ, ਬਖਸ਼ਿਸ਼ ਕਰੀ, ਸੁੱਖ ਸ਼ਾਂਤੀ ਦੇਈ, ਤੇਰੇ ਨਾਮ ਨੂੰ ਹਮੇਸ਼ਾ ਜਪਦਾ ਰਹਾਂ, ਤੇਰੇ ਨਜ਼ਦੀਕ ਰਹਾਂ। ਇਹਨਾਂ ਚੀਜ਼ਾਂ ਦੀ ਅਰਦਾਸ ਕਰੋ ਕਿਉਂਕਿ ਅਰਦਾਸ ਇਸ ਕਰਕੇ ਜੇ ਪਰਮਾਤਮਾ ਕੋਲੋਂ ਅਸੀਂ ਪਰਮਾਤਮਾ ਹੀ ਮੰਗਾਂਗੇ ਨਾ ਤੇ ਫਿਰ ਸਾਨੂੰ ਕਿਸੇ ਚੀਜ਼ ਦੀ ਕਮੀ ਕਿਵੇਂ ਰਹਿ ਸਕਦੀ ਹੈ। ਛੋਟੀ ਜਿਹੀ ਗੱਲ ਦੇਖ ਲਓ, ਜੇ ਅਸੀਂ ਜਿਹੜਾ ਕਾਰਪੈਂਟਰ ਹੈ, ਤਰਖਾਣ ਹੈ, ਮਿਸਤਰੀ ਹੈ, ਜੇ ਉਹ ਸਾਡੇ ਘਰ ਹੀ ਆ ਜੇ ਤੇ ਸਾਨੇ ਬਣਾਉਣੀ ਹੋਵੇ, ਕੁਰਸੀ ਮੇਜ਼ ਕੋਈ ਹੋਰ ਬਣਾਉਣੇ ਫੱਟੇ, ਉਹਨੇ 2 ਮਿੰਟ 'ਚ ਬਣਾ ਦੇਣਾ ਕਿਉਂਕਿ ਉਹ ਕਾਰੀਗਰ ਹੈ। ਤੇ ਇਸੇ ਤਰ੍ਹਾਂ ਹੀ ਜੇ ਅਸੀਂ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗਾਂਗੇ ਤੇ ਫਿਰ ਸਾਡੀ ਚੀਜ਼ ਦੀ ਕਿਹੜੀ ਕਮੀ ਰਹਿ ਜਾਊਗੀ, ਸਾਨੂੰ ਦੁੱਖ ਤਕਲੀਫ ਕਿਵੇਂ ਆ ਸਕਦੇ ਨੇ। ਅਸੀਂ ਕਿਉਂਕਿ ਦੁਨੀਆ ਦੀਆਂ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ ਅਰਦਾਸਾਂ ਕਰਦੇ ਹਾਂ, ਇਸ ਕਰਕੇ ਅਸੀਂ ਹੋਰ ਦੁਖੀ ਹੋਈ ਜਾਂਦੇ ਹਾਂ।
ਅੱਜ ਛੋਟਾ ਮਕਾਨ ਹੈ ਫਿਰ ਵੱਡਾ ਮਕਾਨ ਲੈ ਦੇ ਸੱਚੇ ਪਾਤਸ਼ਾਹ, ਵੱਡਾ ਮਕਾਨ ਹੈ ਫਾਰਮ ਹਾਊਸ ਲੈ ਦੇ। ਅੱਜ ਇੱਕ ਬਿਜ਼ਨਸ ਚਲਾਇਆ ਦੂਜਾ ਬਿਜ਼ਨਸ ਕਰਦੇ, ਦੂਜੇ ਦਿਨ ਬਿਲਡਰ ਬਣਾ ਦੇ, ਬਿਲਡਰ ਤੋਂ ਬਾਅਦ ਸਾਨੂੰ ਲੋਹੇ ਦੀ ਫੈਕਟਰੀ ਦਵਾ ਦੇ, ਤੀਜੀ ਫੈਕਟਰੀ ਦਵਾ ਦੇ, ਚੌਥੀ ਦਵਾ ਦੇ। ਅੱਜ ਕੈਨੇਡਾ 'ਚ ਮਕਾਨ ਹੈ ਮੈਨੂੰ ਦੁਬਈ 'ਚ ਦਵਾ ਦੇ, ਦੁਬਈ 'ਚ ਮਕਾਨ ਆ ਗਏ ਤਾਂ ਇੰਡੀਆ 'ਚ ਦਵਾ ਦੇ, ਇੰਡੀਆ 'ਚ ਆ ਗਏ ਪਾਕਿਸਤਾਨ 'ਚ ਦਵਾ ਦੇ। ਇਹ ਡਿਮਾਂਡਾਂ ਵਧੀ ਜਾਂਦੀਆਂ ਤੇ ਅਖੀਰ ਦੇ ਵਿੱਚ ਦੇਖੋ ਬਿਮਾਰੀਆਂ ਕੇ ਘੇਰ ਲੈਂਦੀਆਂ ਤੇ ਕੋਈ ਬੰਦਾ ਸੋਚਦਾ ਕਿਸੇ ਦੀ ਚੀਜ਼ ਕੋਈ ਨਾਲ ਗਈ ਹੈ। ਜਿਵੇਂ ਇੱਕ ਵਾਰ ਮੇਰੇ ਗੱਲ ਯਾਦ ਆ ਗਈ, ਕੋਈ ਫਕੀਰ ਜਾ ਰਿਹਾ ਸੀ ਪਹੁੰਚਿਆ ਹੋਇਆ, ਉਹਦੇ ਨਾਲ ਉਹਦੇ ਚੇਲੇ ਵੀ ਜਾ ਰਹੇ ਸੀ। ਉਹ ਜਦੋਂ ਇੱਕ ਸ਼ਹਿਰ 'ਚ ਦੀ ਨਿਕਲਿਆ, ਇੱਕ ਬਹੁਤ ਵੱਡੀ ਸਾਰੀ ਕੋਠੀ ਮਹਿਲ ਦੇ ਅੱਗੇ ਇੱਕ ਡੈੱਡ ਬੋਡੀ ਜਾ ਰਹੀ ਸੀ ਤੇ ਉਸ ਫਕੀਰ ਨੇ ਕਿਹਾ ਆਪਣੇ ਚੇਲਿਆਂ ਨੂੰ ਵੀ ਗੌਰ ਨਾਲ ਦੇਖੋ, ਗੌਰ ਨਾਲ ਦੇਖੋ ਵੀ ਕੀ ਹੋ ਰਿਹਾ ਹੈ। ਉਹ ਕਹਿੰਦੇ ਮਹਾਰਾਜ ਗੌਰ ਨਾਲ ਦੇਖਦੇ ਆ, ਬਹੁਤ ਵੱਡਾ ਸੇਠ ਹੈ ਮਹਿਲ ਦੇ ਵਿੱਚ, ਇਹਦੀ ਇਹ ਮਰ ਗਿਆ, ਇਹਦੀ ਅਰਥੀ ਚੱਕੀ ਆ। ਉਹ ਕਹਿੰਦਾ ਚਲੋ ਹੁਣ ਆਪਾਂ ਇਹਦੇ ਮਗਰੀ ਚੱਲਦੇ ਹਾਂ, ਜਾਣਾ ਤਾਂ ਕਿਤੇ ਹੋਰ ਸੀ। ਉਹਦੀ ਅਰਥੀ ਉਹ ਪਿੱਛੇ ਪਿੱਛੇ ਸੰਤ ਚਲੇ ਗਏ, ਉਹਦੀ ਅਰਥੀ ਚੱਕ ਕੇ ਸ਼ਮਸ਼ਾਨ ਘਾਟ 'ਚ ਲੈ ਗਏ। ਉਹ ਕਹਿੰਦਾ ਜੋ ਸ਼ਮਸ਼ਾਨ ਘਾਟ 'ਚ ਲੈ ਗਏ, ਫਿਰ ਸੰਤ ਨੇ ਕਿਹਾ ਆਪਣੇ ਚੇਲਿਆਂ ਨੂੰ ਕਿ ਗੌਰ ਨਾਲ ਦੇਖੋ ਕੀ ਹੋ ਰਿਹਾ ਹੈ। ਉਹ ਕਹਿੰਦੇ ਮਹਾਰਾਜ ਗੌਰ ਨਾਲ ਕੀ ਹੈ, ਉਹਦੀ ਚਿਤਾ ਤੇ ਉਹ ਚਿਤਾ ਬਣਾਈ ਵੀ ਹੈ, ਉਹਨੂੰ ਉੱਥੇ ਲਿਟਾਦਾ, ਹੁਣ ਲੋਕ ਲੱਕੜਾਂ ਉਹਦੇ ਉੱਤੇ ਰੱਖ ਰਹੇ ਨੇ। ਥੋੜੇ ਚਿਰ ਬਾਅਦ ਫੇਰ ਸੰਤ ਨੇ ਕਿਹਾ, ਕਹਿੰਦਾ ਗੌਰ ਨਾਲ ਦੇਖੋ। ਉਹ ਕਹਿੰਦੇ ਮਹਾਰਾਜ ਗੌਰ ਨਾਲ ਕੀ ਦੇਖੀਏ, ਇਹ ਉਹਦੇ ਮੁੰਡੇ ਨੇ ਅੱਗ ਲਾਤੀ, ਹੁਣ ਇਹ ਲੱਕੜਾਂ ਬਲ ਰਹੀਆਂ, ਨਾਲ ਉਹਦਾ ਸਰੀਰ ਸੜ ਰਿਹਾ ਤੇ ਰਿਸ਼ਤੇਦਾਰ ਮੁੜੀ ਜਾ ਰਹੇ ਨੇ। ਉਹ ਕਹਿੰਦੇ ਰਿਸ਼ਤੇਦਾਰ ਮੁੜ ਗਿਆ, ਸੰਤ ਉੱਥੇ ਹੀ ਰੁਕ ਗਿਆ, ਉਹਦੀਆਂ ਲਾਟਾਂ ਨਿਕਲ ਰਹੀਆਂ ਸੀ ਡੈਡ ਬੋਡੀ ਚੋਂ। ਉਹ ਕਹਿੰਦਾ ਮੈਂ ਤੁਹਾਨੂੰ 3 ਵਾਰੀ ਪੁੱਛਿਆ ਸੀ ਗੌਰ ਨਾਲ ਦੇਖੋ, ਤੁਸੀਂ ਪਹਿਲੀ ਵਾਰ ਕਿਹਾ ਵੀ ਇੱਕ ਸੇਠ ਦੀ ਡੈਡ ਬੋਡੀ ਜਾ ਰਹੀ ਹੈ, ਦੂਜੀ ਵਾਰ ਤੁਹਾਨੂੰ ਕਿਹਾ ਗੌਰ ਨਾਲ ਦੇਖੋ, ਤੁਸੀਂ ਕਿਹਾ ਉਹਦੀਆਂ ਲੱਕੜਾਂ ਚਿੰਦੀਆਂ, ਅੱਗ ਲਾਤੀ ਮੁੰਡੇ ਨੂੰ ਤੇ ਰਿਸ਼ਤੇਦਾਰ, ਹੁਣ ਅੱਗ ਲੱਗ ਗਈ ਤੇ ਸਾਰੇ ਤੁਰੇ ਜਾਂਦੇ ਨੇ, ਯਾਰ ਦੋ ਸਭ ਮੁੜ ਗਏ। ਕਹਿੰਦਾ ਮੈਂ ਤੀਜੀ ਵਾਰ ਪੁੱਛਿਆ, ਤੁਸੀਂ ਕਿਹਾ ਵੀ ਹੁਣ ਤਾਂ ਲੱਕੜਾਂ ਪੂਰੀਆਂ ਅੱਧ ਪਛਾਦੀਆਂ ਫੁੱਕ ਗਈਆਂ ਤੇ ਨਾਲ ਉਹਦੇ ਸਰੀਰ ਨੂੰ ਵੀ ਅੱਗ ਲੱਗੀ ਵੀ ਹੈ। ਕਹਿੰਦਾ ਇਹ ਨਹੀਂ ਇਹਦਾ ਮਤਲਬ, ਇਹਦਾ ਮਤਲਬ ਪਹਿਲੀ ਵਾਰ ਜੋ ਮੈਂ ਤੁਹਾਨੂੰ ਕਿਹਾ ਸੀ ਨਾ ਗੌਰ ਨਾਲ ਦੇਖੋ, ਉਹਦਾ ਮਤਲਬ ਇਹ ਸੀਗਾ ਕਿ ਇਹ ਐਡਾ ਵੱਡਾ ਸੇਠ ਹੈ, ਮਹਿਲ ਹੈ, ਇੱਥੇ ਕਿੰਨੀ ਟੌਰ ਨਾ ਹੰਕਾਰ ਨਾ ਰਹਿੰਦਾ ਸੀ, ਇਹਦੀ ਬੋਡੀ ਕੱਲੀ ਜਾ ਰਹੀ ਹੈ, ਮਕਾਨ ਹਵੇਲੀਆਂ ਇੱਥੇ ਰਹਿ ਗਈਆਂ। ਸੋ ਸੋਨੂੰ ਸਮਝਣ ਦੀ ਲੋੜ ਹੈ ਕਿ ਜਿੰਨੀਆਂ ਚੀਜ਼ਾਂ ਦੇ ਮਗਰ ਭੱਜੇ ਫਿਰਦੇ ਹੋ ਇੱਥੇ ਹੀ ਰਹਿ ਜਾਣੀਆਂ, ਇਸ ਕਰਕੇ ਇਹ ਗੱਲ ਦਾ ਖਿਆਲ ਰੱਖੋ। ਦੂਜੀ ਗੱਲ, ਜਦੋਂ ਮੁੰਡੇ ਨੇ ਅੱਗ ਲਾਈ, ਲੱਕੜਾਂ ਫੁੱਕੀਆਂ ਉਹਦੀਆਂ ਤੇ ਲੋਕ ਜਿੰਨੇ ਰਿਸ਼ਤੇਦਾਰ ਦੋਸਤ ਸੀਗੇ ਉਹਦਾ ਸਾਥ ਇੱਥੇ ਤੱਕ ਸੀ, ਉਹ ਵੀ ਚਲੇ ਗਏ। ਤੀਜਾ, ਉਹਦਾ ਸਰੀਰ ਨੇ ਵੀ ਸਾਥ ਨਹੀਂ ਦਿੱਤਾ। ਸੋ ਇਸ ਕਰਕੇ ਆਪਾਂ ਨੂੰ ਅਜਿਹੀਆਂ ਡਿਮਾਂਡਸ ਕਰਨੀਆਂ ਚਾਹੀਦੀਆਂ ਜਿਹਦਾ ਸਾਨੂੰ ਪਤਾ ਹੋਵੇ। ਜਿਹਦਾ ਪਤਾ ਹੀ ਨਹੀਂ ਵੀ ਇਹਦਾ ਰਿਜ਼ਲਟ ਕੀ ਨਿਕਲੂਗਾ, ਉਹ ਪਰਮਾਤਮਾ ਦੇ ਛੱਡ ਦੇਣੀਆਂ ਚਾਹੀਦੀਆਂ। ਐਗਜ਼ਾਮਪਲ ਇੱਕ ਮੈਂ ਹੋਰ ਤੁਹਾਨੂੰ ਦੇ ਦਿੰਦਾ, ਕਿਸੇ ਦੇਸ਼ ਦਾ ਰਾਜਾ, ਉਹਦੀਆਂ 4-5 ਪਤਨੀਆਂ ਸੀਗੀਆਂ, ਵਾਈਫ ਸੀਗੀਆਂ। ਉਹ ਫੌਰਨ ਦੇ ਵਿੱਚ ਗਿਆ, ਉੱਥੇ ਮਹੀਨਾ 2 ਮਹੀਨੇ ਲਾਏ, ਕਾਫੀ ਚਿਰ, ਤੇ ਉਹਨੇ ਫਿਰ ਜਦੋਂ ਵਾਪਸ ਆਉਣਾ ਸੀ, ਉਹਨੇ ਸੁਨੇਹਾ ਭੇਜਿਆ ਆਪਣੀਆਂ ਜਨਾਨੀਆਂ ਨੂੰ ਵੀ ਮੈਂ ਹੁਣ ਫਲਾਣੇ ਦਿਨ ਆਉਣਾ ਤੇ ਤੁਸੀਂ ਦੱਸੋ ਵੀ ਕੋਈ ਚੀਜ਼ ਮੰਗਵਾਉਣੀ ਹੈ ਤਾਂ ਦੱਸੋ ਕੀ ਚਾਹੀਦੀ ਹੈ। ਇੱਕ ਜਨਾਨੀ ਕਹਿੰਦੀ ਜੀ ਮੈਨੂੰ ਵਧੀਆ ਜਿਹਾ ਉੱਥੇ ਦੁਬਈ ਤੋਂ ਗੋਲਡ ਲੈ ਆਈਓ, ਗੋਲਡ ਸੋਨਾ। ਦੂਜੀ ਕਹਿੰਦੀ ਮੈਨੂੰ ਹੀਰੇ ਲੈ ਆਈਓ। ਤੀਜੀ ਕਹਿੰਦੀ ਮੈਨੂੰ ਵਧੀਆ ਕੱਪੜੇ ਲੈ ਆਈਓ। ਚੌਥੀ ਕਹਿੰਦੀ ਜੀ ਮੈਨੂੰ ਪਰਫਿਊਮ ਲੈ ਆਈਓ। ਪੰਜਵੀਂ ਕਹਿੰਦੀ ਉੱਥੇ ਜੁੱਤੀਆਂ ਬੜੀਆਂ ਮਸ਼ਹੂਰ ਨੇ, ਕੀਮਤੀ ਮੇਰੀਆਂ ਉੱਚੀ ਹੱਡੀ ਦੀਆਂ ਜੁੱਤੀਆਂ ਲੈ ਆਈਓ। ਤੇ 6ਵੀਂ ਕਹਿੰਦੀ ਉਹਨੇ ਲਿਖਿਆ ਮੈਨੂੰ ਕੁਛ ਨਹੀਂ ਚਾਹੀਦਾ, ਸਿਰਫ ਤੁਸੀਂ ਆ ਜਾਓ। ਉਹ ਰਾਜਾ ਜਦੋਂ ਆਇਆ, ਜਨਾਨੀਆਂ ਸਾਰੀਆਂ 6 ਦੀਆਂ 6 ਇਕੱਠੀਆਂ ਹੋ ਗਈਆਂ। ਜਿਹਨੇ ਜੁੱਤੀ ਮੰਗੀ ਸੀ ਜੁੱਤੀ ਦੇਤੀ, ਪਰਫਿਊਮ ਵਾਲ ਨੂੰ ਪਰਫਿਊਮ ਦੇਤਾ, ਸੋਨੇ ਵਾਲ ਨੂੰ ਸੋਨਾ ਦਿੱਤਾ, ਹੀਰੇ ਵਾਲ ਨੂੰ ਹੀਰਾ ਦਿੱਤਾ। ਤੇ ਉਹ ਲੈ ਕੇ ਉਹ ਕਹਿੰਦਾ ਤੁਸੀਂ ਚਲੋ। ਹੁਣ ਜਦੋਂ ਰਾਜੇ ਨੇ ਜਾਣ ਲੱਗਿਆ, ਉਹ ਜਿਹੜੀ 6ਵੀਂ ਜਨਾਨੀ ਨੇ ਕਿਹਾ ਸੀ ਮੈਨੂੰ ਤੁਸੀਂ ਚਾਹੀਦੇ ਹੋਰ ਕੁਝ ਨਹੀਂ ਚਾਹੀਦਾ, ਉਹ ਕਹਿੰਦਾ ਚੱਲ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਹੀ ਰਹੂੰਗਾ। ਹੁਣ ਜਿਹਦੇ ਨਾਲ ਰਾਜਾ ਹੈ, ਡਿਮਾਂਡਸ ਆਪੀ ਪੂਰੀਆਂ ਹੋ ਜਾਣੀਆਂ। ਸੋ ਕਹਿਣ ਦਾ ਪਰਪਸ ਇਹ ਹੈ, ਮੇਰਾ ਮਤਲਬ ਇਹ ਹੈ कि बिन बोले सब कुछ जानदा किस आगे कीजिए अरदास। परमात्मा दा बस अरदास करो कि मैनू रहमत बख्श दे, मेरियां गलतियां बख्श दे, मेरे ते रहमत कर, मैं तेरे लेखे लगा, तेरे नाल लगा। रहमत कब और किस पर हो जाए इसका कोई अंदाजा नहीं होता। परमात्मा दा घर बहुत बड़ा है, सिर्फ जो रहमत मंगदे ना पता नहीं कदों हो जानी। अज असीं गरीब हां, कल नूं पता नहीं किड्डे देश दे मालक बन जाने। रहमत कब और किस पर हो जाए इसका कोई अंदाजा नहीं होता। ये तो रब का घर है, इसका कोई दरवाजा नहीं होता, पता नहीं किधरों आ जानी रहमत को मुकमा के। साहब के दरबार में कमी किसी की नहीं। हुण अगली गल है कि भी की असी जिहड़ी अरदास है असी होरां लोकां लई भी करनी है कि सिर्फ अपने लिए करनी है। मतलब इज इट पॉसीबल कि असी जो प्रेयर करते असी की भी मेरे रिश्तेदारां दा, सरबत दा जां किसी होर दुनिया दा फायदा करते, जां सिर्फ अपने लिए मंगो कि मैनू चाहिए, मैनू लाटरी कढ़ दे, मेरे मुंडे हो जाए, मेरा बिजनेस हो जाए, मैनू जॉब मिल जाए, इहदे लई की करना चाहिए। बिल्कुल मेरा 2 शब्दां दे विच इहदा आंसर है
कि हमेशा जदों भी परमात्मा दे चरनां दे विच अरदास करिए तां उस अरदास दे विच सारिआं नूं शामिल करो। नानक नाम चढ़दी कला तेरे भाने सरबत दा भला। जदों असीं सब दी भलाई मंगदे हां तां उस अरदास दे विच, उस प्रेयर दे विच असीं खुद भी शामिल हुंदे हां। अपने लिए तां सारे ही मंगदे ने, पर असली बंदा ਉਹ है जो दूजियां दे दुखां नूं, दूजियां दे सुखां नूं अपना समझ के, उन्हां दे दुख आप समझ के ਉਹਦੇ ਲਈ परमात्मा दे अगे अरदास करे कि सच्चे पातशाह ਉਹ बेचारा गरीब है, ਉਹਨੂੰ अमीर कर दे। सच्चे पातशाह ਉਹ ਇੰਨਾ ਚੰਗਾ ਬੰਦਾ है, ਉਹਦੇ ਤੇ दया मेहर कर। ਉਹਦਾ असर ਹੁੰਦਾ है। बुल्ले शाह ने तां ही कहा सी ना, आखिर मरना है मौत ने छड्डना नहीं। हकीकत है ना कि मरना तो है ही है, आखिर मरना है मौत ने छड्डना नहीं। यारा किसे लिए मरे तां जाना। अपने लिए तो सारे ही मरदे ने। कोई बंदा कोई एक्सीडेंट हो रहा, कोई हस्पताल जाना, तुसीं वो ले जाके उन्हें लिजा रहे हो, उस बेशक ਉਹਦੀ जान बचाउने हो, वो मरना वधिया। किसे डुबदे नूं लैके किसे डुबदे नूं लैके तरे तां जाना। इकल्ला तैरना कोई बहादरी नहीं, किसे डुबदे नूं लैके तरे तां जाना। भी आपां तैरदे रोज़ आ, स्विमिंग करदे आ, पर जे कोई डुब रिहा उहनूं बचाउने ना, फिर थोड़े तैरन दा फायदा है। भलियां नाल करदा हर कोई भला, भला बुरियां नाल करे तां जाना। जे कोई दूजा चंगा है, तुसीं भी चंगे हो। ਉਹਨੇ रोटी बुला ली, तुसीं भी बुला लिया। ਉਹਨੇ पैसे कदे शगन देता, तुसीं भी दे दो। सवाल तां है जे ਉਹ ਤੁਹਾਡੇ ਨਾਲ शगन नहीं भी दिंदा, ਉਹ ਤੁਹਾਨੂੰ नहीं भी बुलाਉਂਦਾ, ਉਹ ਤੁਹਾਡੇ ਨਾਲ ਚੰਗੀ ਤਰ੍ਹਾਂ नहीं भी बोलदा, फिर भी स्टिल तुसीं ਉਹਦੇ ਨਾਲ ਵਧੀਆ डील करदे हो, फिर तुसीं ਵਧੀਆ इंसान हो। सो प्रेयर हमेशा सारिਆਂ वास्ते करो भी परमात्मा सारी दुनिया नूं सुख शांति दें, सारी परमात्मा नूं अकल बख्शी, सारी दुनिया दे भुल्लां बख्श दी, क्योंकि असीं अनजान आ, मूर्ख आ, सानूं पता ही नहीं किहड़ी चीज़ चंगी है, किहड़ी चीज़ माड़ी है। जदों असीं इस तरह की अरदास करदे हां, आटोमैटिकली जिहड़ी है साडी अरदास जिहड़ी है उहदी वैल्यू पैंदी है। फिर किहड़ी अरदास कबूल हुंदी है, किहड़ी नहीं हुंदी। बहुत सारियां असीं रिक्वेस्ट करदे हां रब दे अगे, वो कबूल हो जांदियां, पर कई कबूल नहीं हुंदियां। इहदा जे मैं 2 लाइनां दे विच आंसर देना होवे कि खुदा कबूल करता है, परमात्मा मंजूर करता है, खुदा कबूल करता है हर दुआ, प्रेयर। खुदा कबूल करता है हर दुआ जो दिल से निकलती है, जो अंदरों निकलती है। पर मुश्किल तो ये है कि वो बड़ी मुश्किल से निकलती है, दिलों नहीं निकलती। ऊं खड़े होके सीधे लोगों के विच खड़े होके पिछे होके देखी सूट जाने आ, मूरे रब नूं अरदास करी जाने। देख लो, बाई नेचर वी आर सेल्फिश। अपना काम कढ़िया नहीं, परमात्मा ने एक डिमांड पूरी नहीं की, नहीं, फिर परमात्मा तू कौन ते मैं कौन, फिर भुल जाने। जो असी दिन रात भैड़े खोटे काम करते हैं, उस दी सच्चे दिलों माफ़ी मंगो ते नाल ही तोबा करो कि सच्चे पातशाह गलती होगी, अगे तो नहीं करांगा। जीसस क्राइस्ट ने किन्ना सोहना कहा सी, गो एंड सिन नो मोर। जिन्ना चिर तक असी पाश्चाताप करके मुड़ के वो गलती रिपीट नहीं ना करते, कोई फायदा नहीं। माफिया भी मंगी जाने, गलतियां भी करी जाने, हेरा फेरी निंदा चुगली करी जाने, वो गलतियां दा की फायदा, प्रेयर का की फायदा है। प्रेयर के विच जदों असीं गलतियां लई मां करदे हां तां उहदे लई कोशिश करो कि उस गलती नूं फिर मुड़ के दोहराओ ना। बाबा फरीद एक उच्च कोटि के संत होए ने, आपां नूं सारिआं नूं पता है। उन्हां नूं किसे ने एक बार पुछया, उन्हां दे चेले ने, कि बाबा फरीद जी सानू ये गल दसो कि रब दे घर दी केड़ी फरियाद जल्दी कबूल हुंदी है, मंजूर हुंदी है, केड़ी रब दे घर च मंजूर हुंदी है फरियाद ते केड़ी नहीं हुंदी। ते फरीद साहब ने बड़ा सोहना कहा, बड़ा चंगी तरह समझाया प्यार दे नाल कि बच्चा बेटा, जेड़ी फरियाद असीं सिर्फ अपने वास्ते करदे हां ना, वो कई बार कबूल नहीं हुंदी। जेड़ी अरदास असीं अपने बारे करदे हां, अपने बारे करदे हां, वो कई बार कबूल नहीं हुंदी। पर जो अरदास दूजे साडे लई करन, वो जरूर कबूल हुंदी है। जदों दूसरे कदों करते हैं, जदों असीं कोई जिहे नेक पाक काम करते हैं, चंगे काम करते हैं, ते दूजे खुश होकर परमात्मा दे अगे अरदास करते हैं कि परमात्मा दी लंबी उम्र दें, परमात्मा इहनूं सुखी रखी। वो जिहड़ी है दूजे दे वल्लों कीती अरदास है, वो कबूल हो जाती है, क्योंकि असीं दूजे दी आत्मा नूं खुशी दिंदे हां। जदों असीं किसे भुखे नूं खाना खिला दिंदे हां, किसे नंगे नूं कपड़े पवा दिंदे हां, किसे गरीब नूं कोई हैल्प कर दिंदे हां, कोई स्टडी करवा दिंदे हां, बच्चे गरीब ने उन्हां दी कोई हैल्प कर दिंदे स्टडी फीसां दे विच। जां सब तो वड्डी गल, जदों भी असीं काम ते जाने हां, तुसीं कहोगे तां
ਪੁਰਾਣੀ ਸਦੀ ਦੀਆਂ ਗੱਲਾਂ ਕਰਦੇ, ਪਰ ਹਕੀਕਤ ਹੈ, ਮੈਂ ਤੁਹਾਨੂੰ ਜ਼ਿੰਦਗੀ ਦਾ ਤਜਰਬਾ ਦੱਸ ਦਿਆਂ। ਜਦੋਂ ਵੀ ਕੰਮ ਤੇ ਜਾਓ, ਜਿੰਨਾ ਮਰਜ਼ੀ ਹੋਵੇ, ਆਪਣੇ ਮਾਂ ਨੂੰ, ਆਪਣੇ ਬਾਪ ਨੂੰ ਜਾਣ ਤੋਂ ਪਹਿਲਾਂ ਉਹਨੂੰ ਮਿਲ ਕੇ ਜਾਓ, ਉਹਦੇ ਚਰਨ, ਉਹਦੇ ਪੈਰ ਲਾ ਕੇ ਜਾਓ, ਤੇ ਮਾਂ ਦੇ ਜਿਹੜੇ ਦਿਲ ਦੇ ਵਿੱਚੋਂ ਸੀਸਾਂ ਨਿਕਲਦੀਆਂ ਨਾ, ਉਹ ਰੱਬ ਡੈਫੀਨੇਟਲੀ ਕਬੂਲ ਕਰਦਾ। ਸੋ ਮਾਂ ਦਾ ਇੱਕ ਨਾ, ਮਾਂ ਬਿਨਾ ਕੋਈ ਹੋਰ ਨਾ ਦੂਜਾ, ਮਾਂ ਤਾਂ ਰੱਬ ਦਾ ਨਾਂ ਹੈ। ਸੋ ਇਸ ਕਰਕੇ ਰੱਬ ਤੋਂ ਜਦੋਂ ਤੁਸੀਂ ਉਹਦੇ ਪੈਰ ਛੂ ਕੇ ਨੀਵੇਂ ਹੋ ਕੇ ਜਾਂਦੇ ਹੋ, ਤਾਂ ਉਹਦੇ ਜਿਹੜੇ ਦਿਲ ਦੇ ਵਿੱਚੋਂ ਸੀਸਾਂ ਨਿਕਲਦੀਆਂ, ਪ੍ਰੇਅਰ ਨਿਕਲਦੀ ਆ, ਉਹ ਜ਼ਰੂਰ ਕਬੂਲ ਹੁੰਦੀ ਹੈ। ਪਰ ਕੀ ਕਰੀਏ, ਆਪਾਂ ਤਾਂ ਓਵਰ ਸਮਾਰਟ ਆ, ਦੁਨੀਆ ਹੀ ਕਲਯੁਗ ਹੈ। ਮੈਂ ਤਾਂ ਕਲਯੁਗ ਵੀ ਨਹੀਂ ਕਹਿੰਦਾ, ਹੁਣ ਇਹ ਛਲ ਯੁਗ ਹੈ, ਚਲਾਕ ਆ, ਉੱਪਰੋਂ ਮੀਆਂ ਮਿੱਠੂ ਵਿੱਚੋਂ ਸ਼ੈਤਾਨੀਆਂ। ਕਲਯੁਗ ਤਾਂ ਪਤਾ ਹੁੰਦਾ ਸੀ ਇਹ ਬਦਮਾਸ਼ ਹੈ, ਡਾਕੂ ਹੈ, ਚੋਰ ਹੈ। ਹੁਣ ਤਾਂ ਪਤਾ ਹੀ ਨਾ ਲੱਗਦਾ, ਜਿਹੜਾ ਭਲਾ ਮਾਨਸ ਉਦੋਂ ਹੀ ਪਤਾ ਲੱਗਦਾ ਵੀ ਉਹ ਤਾਂ ਠੱਗ ਗਿਆ, ਉਹ ਤਾਂ ਇੰਨਾ ਮਿੱਠੀਆਂ ਗੱਲਾਂ ਕਰਦਾ, ਉਹ ਤਾਂ ਚੋਰੀ ਕਰਕੇ ਲੈ ਗਿਆ, ਉਹ ਤਾਂ ਕਈ ਸਕੈਂਡਲਾਂ 'ਚ ਫਸ ਗਿਆ, ਮਿੱਠੇ ਹੁੰਦੇ ਨੇ। ਸੋ ਇਹ ਕਲਯੁਗ ਨਹੀਂ, ਤਾਂ ਛਲ ਯੁਗ ਹੈ। ਸੋ ਛਲ ਯੁਗ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦੇ ਹਾਂ। ਜਦੋਂ ਅਸੀਂ ਕਿਸੇ ਦਾ ਮਰਡਰ ਕਰ ਦਿੰਦੇ ਹਾਂ, ਰਾਤ ਨੂੰ ਈਜ਼ੀ ਮਨੀ, ਕੈਨੇਡਾ ਦੀ ਹੁਣ ਦੀ ਗੱਲ ਕਰਦੇ ਹਾਂ, ਈਜ਼ੀ ਮਨੀ ਕਮਾਉਣ ਦੇ ਲਈ ਅੱਜ ਕੱਲ੍ਹ ਜਿਹੜੇ ਯੰਗ ਬੱਚੇ ਨੇ, ਤੁਸੀਂ ਦੇਖ ਲਓ, ਭਰੇ ਪਏ ਨੇ। ਸਤਪਾਲ ਜੌਰਜ ਜੀ ਮੈਨੂੰ ਕਈ ਵਾਰੀ ਸਵੇਰੇ ਮੈਸੇਜ ਦਿੰਦੇ ਨੇ, ਉਹ ਭੇਜਦੇ ਹੁੰਦੇ ਨੇ ਖਬਰਾਂ, ਕਿ ਯੰਗ ਬੱਚੇ ਜਿਹੜੇ ਨੇ ਮਾਂ-ਬਾਪ ਨੇ ਪੜ੍ਹਨ ਲਈ ਭੇਜੇ ਨੇ, ਪਰ ਉਹ ਛੇਤੀ ਪੈਸੇ ਬਣਾਉਣ ਦੇ ਲਈ ਉਹ ਚੋਰੀਆਂ 'ਚ ਫਸ ਜਾਂਦੇ ਨੇ, ਵੀ ਆਹ ਫੋਰਡ ਦਾ ਟਰੱਕ ਚੱਕਣਾ ਹੈ, ਰੇਂਜ ਰੋਵਰ ਚੱਕਣੀ ਹੈ, ਟੋਇਟਾ ਚੱਕਣੀ ਹੈ। ਸਾਡੇ ਸਾਹਮਣੇ ਖੁਦ ਇੱਕ ਮਿੰਟ 'ਚ ਬੰਦਾ ਅੰਦਰ ਸਮਾਨ ਰੱਖਣ ਗਿਆ, ਕਾਰ ਚੱਕ ਕੇ ਲੈ ਜਾਂਦੇ ਨੇ, ਕਿਉਂਕਿ ਪੈਸੇ ਚੰਗੇ ਬਣਦੇ ਨੇ। ਫਿਰ ਅਸੀਂ ਇੰਨੇ ਓਵਰ ਸਮਾਰਟ ਹਾਂ, ਕਦੇ ਕਾਰ ਸਾਡੀ ਵੱਜੀ, ਕਿਸੇ ਦਾ ਐਕਸੀਡੈਂਟ ਹੋ ਗਿਆ, ਮਰ ਗਿਆ ਸੀਗਾ, ਕੋਈ ਜਿਹਦਾ ਚੱਕ ਕੇ ਭੱਜ ਜਾਂਦੇ ਆ। ਅੱਜ ਅਸੀਂ ਟਰੱਕਾਂ ਦਾ ਕੰਮ ਕਰਦੇ, ਕਿਸੇ ਨੂੰ ਪੁੱਛੋ ਕੀ ਕੰਮ ਕਰਦੇ ਹੋ, ਕਹਿੰਦੇ ਟਰੱਕਾਂ ਦੇ ਸਾਰੇ ਨਹੀਂ, ਨੇਕ ਪਾਕ ਕਮਾਈ ਕਰੋ। ਪਰ ਕੁਝ ਇਹੋ ਜਿਹੇ ਜਿਹੜੇ ਨੇ ਕਾਲੀਆਂ ਭੇਡਾਂ ਨੇ, ਉਹ ਟਰੱਕਾਂ ਦੇ ਵਿੱਚ ਸਮਾਨ ਹੀ ਨਹੀਂ ਜਾਂਦੇ, ਸਗੋਂ ਡਰੱਗਸ ਵੀ ਲੰਘਾਈ ਜਾਂਦੇ ਨੇ। ਕਈ ਮਿੱਠੀਆਂ ਗੱਲਾਂ ਕਰਕੇ ਠੱਗੀ ਮਾਰਦੇ, ਕੋਈ ਮੌਰਗੇਜ ਦੀ ਮਾਰਦਾ, ਕੋਈ ਰੀਅਲ ਸਟੇਟ ਦੀ ਮਾਰਦਾ, ਕੋਈ ਇੰਸ਼ੋਰੈਂਸ ਦੀ ਮਾਰਦਾ, ਕੋਈ ਜੇ ਕੋਈ ਪ੍ਰੋਫੈਸਰ ਜਾਂ ਟੀਚਰ ਆ, ਮਿੱਠੀਆਂ ਗੱਲਾਂ ਮਾਰ ਕੇ ਟਿਊਸ਼ਨ ਰੱਖਣ ਦਾ ਦਿੰਦੇ, ਆਹ ਕੰਮ ਕਰਾ ਦੂੰ, ਤੇਰਾ ਉਹ ਕੰਮ ਕਰਾ ਦੂੰ। ਕੋਈ MLA ਆ, ਕੋਈ MPP ਆ, ਉਹ ਬਾਰਬੀਊ ਕਰਾ ਕੇ ਆਪਣੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ, ਉੱਪਰੋਂ ਮਿੱਠੀਆਂ ਗੱਲਾਂ, ਅਦਰਵਾਈਜ਼ ਉਹ ਫੋਨ ਹੀ ਨਹੀਂ ਚੱਕਦੇ। ਸੋ ਅਜਿਹੀਆਂ ਜਿਹੜੀਆਂ ਅਸੀਂ ਆਪਣੇ ਆਪ ਨੂੰ ਓਵਰ ਸਮਾਰਟ ਸਮਝਦੇ ਹਾਂ ਨਾ, ਫਿਰ ਉਦੋਂ ਰਿਜ਼ਲਟ ਆਉਂਦੇ ਨੇ, ਸਾਡੀ ਪਰਮਾਤਮਾ ਕਬੂਲ ਨਹੀਂ ਕਰਦਾ, ਫਿਰ ਰਿਜ਼ਲਟ ਵੀ ਉਸ ਤਰ੍ਹਾਂ ਦੇ ਆਉਂਦੇ ਨੇ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਜੋ ਵੀ ਅਸੀਂ ਬੀਜਦੇ ਹਾਂ ਨਾ, ਕੰਮ ਕਰਨ ਤੋਂ ਪਹਿਲਾਂ ਸੋਚੀਏ, ਜਿਹੋ ਜਿਹਾ ਅਸੀਂ ਬੀਜਾਂਗੇ ਨਾ, ਉਹੀ ਜਿਹਾ ਅਸੀਂ ਵੱਢਾਂਗੇ। ਅਰਦਾਸ ਤਾਂ ਹੀ ਨਹੀਂ ਕਬੂਲ ਹੁੰਦੀ, 100 ਗਜ ਰੱਸਾ ਸਿਰੇ ਤੇ ਗੰਢ। ਜਿਹੋ ਜਿਹਾ ਬੀਜਿਆ ਨਾ, ਉਹ ਤਾਂ ਅਵਸ਼ ਭੁਗਤਣਾ ਹੀ ਭੁਗਤਣਾ ਹੈ। ਕਈ ਵਾਰ ਅਸੀਂ ਸੋਚਦੇ ਹਾਂ, ਮਾੜੇ ਕੰਮ ਕਰਨ ਤੋਂ ਬਾਅਦ ਵਰਤ ਰੱਖ ਲਏ, ਪੁੰਨਦਾਨ ਕਰ ਲਿਆ, ਗੁਰਦੁਆਰੇ ਮੰਦਿਰ ਜਾ ਕੇ ਸੁਖਨਾ ਸੁਖ ਲਈ ਕਿ ਮੇਰੀ ਫਰਿਆਦ ਪੂਰੀ ਹੋ ਜੂਗੀ, ਮਾਤਾ ਦੀ ਚੌਂਕੀ ਰਖਵਾ ਲਈ, ਘਰ ਚੋਂ ਭਾਈ ਜੀ ਦਾ ਕੀਰਤਨ ਕਰਵਾ ਲਿਆ, ਅਜੇ ਤੱਕ ਦੁੱਖ ਖਤਮ ਨਹੀਂ ਹੋਇਆ। ਦੇਖੋ, ਦੁੱਖ ਤਾਂ ਨਹੀਂ ਖਤਮ ਹੁੰਦੇ ਕਿਉਂਕਿ ਸਾਨੂੰ ਬਾਹਲੀ ਵਾਰੀ ਗਿਆਨ ਨਹੀਂ ਹੁੰਦਾ। ਮੈਂ ਬਾਰ-ਬਾਰ ਰਿਪੀਟ ਕਰਦਾ, ਇਸ ਕਰਕੇ ਦੁੱਖ ਨਹੀਂ ਹੁੰਦੇ। ਮਾਂ ਕਦੇ ਵੀ ਬੱਚੇ ਦਾ ਬੁਰਾ ਨਹੀਂ ਸੋਚਦੀ। ਜੇ ਬੱਚੇ ਨੂੰ ਕਦੇ ਮਲੇਰੀਆ ਹੋ ਜਾਏ, ਖਾਸ ਕਰਕੇ ਇੰਡੀਆ ਦੇ ਵਿੱਚ ਹੋ ਜਾਂਦਾ ਹੈ, ਤੇ ਤੁਹਾਨੂੰ ਹਰੇਕ ਨੂੰ ਤਜਰਬਾ ਹੈ, ਸਾਨੂੰ ਵੀ ਤਜਰਬਾ ਸੀ ਜੋ ਛੋਟੇ ਹੁੰਦੇ ਸੀ, ਕਿ ਜਿਹੜਾ ਬੱਚੇ ਨੂੰ ਮਲੇਰੀਆ ਹੋ ਜਾਏ, ਇੰਨਾ ਤੇਜ਼ ਬੁਖਾਰ ਹੁੰਦਾ, ਕੰਬਾ ਲੱਗੀ ਜਾਂਦਾ, ਰਜਾਈਆਂ ਜਿੰਨੀਆਂ ਮਰਜ਼ੀ ਪਾ ਦਿਓ, ਉਹਦਾ ਦਿਲ ਕਰਦਾ ਕਿ ਮੈਨੂੰ ਬਰਫ਼ ਦੇ, ਮੈਨੂੰ ਆਈਸਕ੍ਰੀਮ ਦੇ, ਮੈਨੂੰ ਚਾਕਲੇਟ ਦੇ। ਮਾਂ ਕੋਲੇ ਜਿੱਦ ਕਰਦਾ, ਮੈਨੂੰ ਚਾਕਲੇਟ ਚਾਹੀਦੀ ਹੈ। ਮਾਂ ਉਹਨੂੰ ਚਾਕਲੇਟ ਨਹੀਂ ਦਿੰਦੀ, ਮਾਂ ਉਹਨੂੰ ਆਈਸਕ੍ਰੀਮ ਨਹੀਂ ਦਿੰਦੀ। ਉਹਦੀ ਥਾਂ ਤੇ ਡਾਕਟਰ ਤੋਂ ਲਿਆ ਕੇ ਜਿਹੜੀ ਕੌੜੀ, ਬਹੁਤ ਕੌੜੀ ਕੁਨੀਨ ਦੀ ਗੋਲੀ ਹੁੰਦੀ ਹੈ ਨਾ, ਉਹਦੇ ਮੂੰਹ 'ਚ ਰੱਖ ਦਿੰਦਾ। ਇਹਦਾ ਮਤਲਬ ਬੱਚੇ ਨੂੰ ਲੱਗਦਾ ਕਿ ਮਾਂ ਮੇਰੀ ਦੁਸ਼ਮਣ ਹੈ। ਮਾਂ ਦੁਸ਼ਮਣ ਨਹੀਂ, ਮਾਂ ਨੇ ਤੁਹਾਨੂੰ ਚਾਕਲੇਟ ਦੀ ਥਾਂ ਤੇ ਜਿਹੜੀ ਕੁਨੀਨ ਦੀ ਗੋਲੀ ਦਿੱਤੀ ਆ, ਉਹ ਇਸ ਕਰਕੇ ਦਿੱਤੀ ਹੈ ਕਿਉਂਕਿ ਮਾਂ ਨੂੰ ਨੌਲੇਜ ਹੈ, ਮਾਂ ਨੂੰ ਪਿਆਰ ਹੈ ਤੁਹਾਡੇ ਨਾਲ, ਕਿ ਜਿਹੜਾ ਇਹ ਕੰਬੀ ਜਾਂਦਾ, ਜਿਹੜਾ ਬੁਖਾਰ ਹੈ, ਤਾਂ ਹੀ ਉਤਰੂਗਾ ਜੇ ਇਹ ਹੁਣ ਕੁਨੀਨ ਦੀ ਗੋਲੀ ਖਾਊਗਾ। ਇਸੇ ਤਰ੍ਹਾਂ ਹੀ ਪਰਮਾਤਮਾ ਕੋਲੇ ਜਦੋਂ ਅਸੀਂ ਨੱਕ ਰਗੜਦੇ ਹਾਂ, ਅਰਦਾਸਾਂ ਕਰਦੇ ਹਾਂ ਵੀ ਸਾਡੀ ਆਹ ਪੂਰੀ ਕਰਦੇ, ਬਾਰ-ਬਾਰ ਕਰੀ ਜਾਂਦੇ ਹਾਂ, ਜੇ ਸਾਡੀ ਉਹ ਪੂਰੀ ਨਹੀਂ ਨਾ ਹੁੰਦੀ, ਤੇ ਉਸ ਕਰਕੇ ਉਸ ਦੇ ਵਿੱਚ ਕੁਝ ਨਾ ਕੁਝ ਰਾਜ ਹੁੰਦਾ ਹੈ, ਉਹਦੇ ਵਿੱਚ ਸਾਡੀ ਭਲਾਈ ਹੁੰਦੀ ਹੈ। ਜਦੋਂ ਅਸੀਂ ਅੰਦਰ ਕਿਸੇ ਨਾਲ ਜੈਲਸੀ, ਜਲਨ ਕਰਦੇ ਹਾਂ, ਤਾਂ ਰੱਬ ਸਾਡੀ ਫਰਿਆਦ ਕਿਵੇਂ ਸੁਣੂਗਾ? ਕਦੇ ਵੀ ਪ੍ਰੇਅਰ ਸਿਰਫ ਆਪਣੇ ਫਾਇਦੇ ਲਈ ਨਾ ਮੰਗੋ। ਹੋ ਸਕਦਾ ਹੈ ਜਿਸ ਵਿੱਚ ਤੁਹਾਡਾ ਲਾਭ ਹੈ, ਉਸ ਫਰਿਆਦ ਨਾਲ ਕਿੰਨੇ ਹੋਰਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਜਦੋਂ ਅਸੀਂ ਚਿੱਟਾ ਵੇਚਦੇ ਹਾਂ, ਅੱਜ ਕੱਲ੍ਹ ਲੱਗੇ ਹੋਏ ਹਾਂ ਕਿ ਸੱਚੇ ਪਾਤਸ਼ਾਹ ਦੇਖੋ ਮੈਂ ਕੋਠੀ ਲੈ ਲਈ, ਹੁਣ ਆ ਵੱਡੇ ਫਾਰਮ ਹਾਊਸ ਨੇ ਸਾਰੇ, ਤਾਂ ਮੈਨੂੰ ਪਤਾ ਨਹੀਂ ਤੇ ਉਹ ਪੈਸਾ ਕਿੱਥੋਂ ਆਉਂਦਾ, ਕੋਈ ਹਿਸਾਬ ਕਿਤਾਬ ਥੋੜਾ, ਕਿੰਨੇ ਕੁ ਪੈਸੇ ਕਮਾਉਂਦੇ ਨੇ ਜਿਹੜੇ ਇਹ ਦੋ ਨੰਬਰ ਦੇ ਪੈਸੇ ਨੇ। ਤੇ ਜਿਹੜਾ ਚਿੱਟੇ ਅਸੀਂ ਵੇਚੀਏ ਨਾ, ਦੂਜੇ ਲੋਕਾਂ ਦੀ ਅਸੀਂ ਜ਼ਿੰਦਗੀ ਬਰਬਾਦ ਕਰੀ ਜਾਂਦੇ ਹਾਂ।
ਸੋ ਅਜਿਹੀ ਫਿਰ ਪਰਮਾਤਮਾ ਜਿਹੜਾ ਬੀਜੋਗੇ ਉਹ ਵੱਢੋਗੇ, ਵੀ ਸਜ਼ਾ ਵੀ ਭੁਗਤਣੀ ਹੈ, ਤੇ ਪਰਮਾਤਮਾ ਤੁਹਾਡੀਆਂ ਅਰਦਾਸਾਂ ਤੁਹਾਨੂੰ ਬਚਾਊਗਾ ਕਿਉਂ? ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ, ਜੇ ਫੜਿਆ ਗਿਆ ਹੁਣ ਬਚਾ ਲਾ, ਪਰਮਾਤਮਾ ਕਿ ਬਚਾਊਗਾ। ਜਦੋਂ ਕੋਈ ਵੀ ਅਰਦਾਸ ਕਰੋ ਚੰਗੀ ਭਾਵਨਾ ਨਾਲ, ਪੂਰੀ ਸ਼ਰਧਾ ਔਰ ਵਿਸ਼ਵਾਸ ਨਾ ਕਰੋ। ਸਿਰਫ ਮੂੰਹ ਜਵਾਨੀ ਜੈਲਸੀ ਦੇ ਅਸੀਂ ਭਰੇ ਹੋਏ ਆ। ਜੈਲਸੀ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਜੈਲਸੀ ਅਸੀਂ ਕਰੀ ਜਾਂਦੇ ਵੀ ਇੱਕ ਵਾਰ ਕੋਈ ਪੂਰਨ ਸੰਤ ਸੀਗਾ, ਉਹਦਾ ਨਿਯਮ ਸੀਗਾ ਵੀ ਇੱਕ ਦਿਨ ਦੇ ਵਿੱਚ ਇੱਕ ਘਰ ਦੇ ਵਿੱਚ ਜਾਂਦਾ ਸੀ, ਉਹਦੇ ਨਾਲ ਚੇਲੇ ਹੁੰਦੇ ਸੀ, ਉਹ ਦਰਵਾਜ਼ਾ ਖੜਕਾਉਣਾ, ਜੇ ਤਾਂ ਰੋਟੀ ਮਿਲ ਗਈ ਖਾ ਲੈਣੀ, ਤੇ ਨਹੀਂ ਭੁੱਖੇ ਸੌਣਾ। ਜਿਹੜੇ ਪਹੁੰਚੇ ਹੁੰਦੇ ਨੇ ਉਹਨਾਂ ਨੂੰ ਰੋਟੀ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਰੋਟੀ ਵੀ ਨਾ ਮਰ ਜਾਓਗੇ, ਪਰ ਜਿਹੜਾ ਭਜਨ ਸਿਮਰਨ ਕਰਦਾ ਨਾ ਉਹਦੇ ਨਾਲ ਤੁਸੀਂ ਮਰਦੇ ਨਹੀਂ ਕਦੇ ਵੀ। ਸੋ ਉਹਦਾ ਨਿਯਮ ਸੀਗਾ ਦਿਨ 'ਚ ਇੱਕ ਵਾਰ ਮੰਗਣਾ। ਉਹ ਸ਼ਹਿਰ 'ਚ ਦੀ ਜਾ ਰਿਹਾ ਸੀਗਾ, ਉਹਦੇ ਚੇਲੇ ਨੇ ਇੱਕ ਦਰਵਾਜ਼ਾ ਖੜਕਾਇਆ ਤੇ ਆਦਮੀ ਨੇ ਖੋਲਿਆ, ਉਹਦੇ ਵਿੱਚ ਆਦਮੀ ਸੀਗਾ, ਜਨਾਨੀ ਸੀ ਤੇ ਉਹਦਾ ਮੁੰਡਾ ਸੀਗਾ। ਉਹ ਚੇਲਾ ਕਹਿੰਦਾ ਜੀ ਅਸੀਂ ਬਹੁਤ ਦੂਰੋਂ ਚੱਲ ਕੇ ਆਏ ਹਾਂ, ਸਾਨੂੰ ਰੋਟੀ ਖਵਾ ਦਿਓ, ਅਸੀਂ ਕਈ ਦਿਨਾਂ ਦੇ ਭੁੱਖੇ ਆ, ਪਰਸੋਂ ਦੇ ਭੁੱਖੇ ਆ ਜਾਂ ਚੌਥੇ ਦੇ ਭੁੱਖੇ ਆ, ਤੇ ਜੇ ਨਹੀਂ ਹੈਗੀ ਤਾਂ ਕੋਈ ਫਰਕ ਨਹੀਂ, ਅਸੀਂ ਭੁੱਖੇ ਸੌ ਜਾਵਾਂਗੇ। ਉਹ ਆਦਮੀ ਨੇ ਕਹਿੰਦਾ ਆ ਜਾਓ ਅੰਦਰ, ਦਰਵਾਜ਼ਾ ਖੋਲ੍ਹਦਾ, ਉਹ ਅੰਦਰ ਆ ਗਏ। ਤੇ ਸੰਤ ਨੇ ਦੇਖਿਆ ਵੀ ਇਹ ਤਾਂ ਵਿਚਾਰਾ ਟੁੱਟੇ ਜਿਹੇ ਮਕਾਨ 'ਚ, ਇਹਦਾ ਮੰਜਾ ਵੀ ਨਹੀਂ ਹੈ, ਥੱਲੇ ਜ਼ਮੀਨ ਤੇ ਪੈਂਦੇ ਨੇ, ਆਹ ਜਨਾਨੀ ਆ ਕੱਪੜੇ ਪੱਟੇ ਪੁਰਾਣੇ ਨੇ। ਉਹ ਕਹਿੰਦਾ ਚੁੱਪ ਕਰ ਗਿਆ। ਤੇ ਉਹ ਆਦਮੀ ਕਹਿੰਦਾ ਦੇਖੋ ਸੰਤ ਜੀ ਗੱਲ ਇਹ ਆ ਵੀ ਮੇਰੇ ਘਰੇ ਸਬਜ਼ੀ ਸੁਬਜ਼ੀ ਦਾ ਨਹੀਂ, ਅਸੀਂ ਤਾਂ ਗਰੀਬ ਜਿਹੇ ਬੰਦੇ ਆ, ਆਹ ਨੂਣ ਵਾਲੀ ਰੋਟੀਆਂ ਬਣਾਈਆਂ ਨੇ, ਉਹ ਵੀ ਘਿਓ ਨਹੀਂ ਲਾਈਆਂ, ਆਕੜੀਆਂ ਜੇ ਤੁਸੀਂ ਖਾਣੀ ਹੈ ਤੇ ਖਾ ਲਓ। ਉਹ ਕਹਿੰਦੇ ਠੀਕ ਹੈ। ਉਹਨੇ ਡੱਬਾ ਖੋਲਿਆ ਤੇ ਸੰਤ ਦੇ ਅੱਗੇ ਤੇ ਚੇਲੇ ਦੇ ਅੱਗੇ ਰੱਖਤਾ। ਸੰਤ ਕਹਿੰਦਾ ਬੇਟਾ ਤੁਸੀਂ ਰੋਟੀ ਖਾ ਲਈ? ਉਹ ਕਹਿੰਦਾ ਨਹੀਂ ਜੀ ਆਹੀ ਆ, ਜਾਂ ਤੁਸੀਂ ਖਾ ਲਓ, ਹੁਣ ਤੁਸੀਂ ਆਏ ਤੁਸੀਂ ਖਾ ਲਓ। ਉਹ ਕਹਿੰਦੇ ਆਏ ਨਹੀਂ। ਉਹਨੇ ਸੰਤ ਕੋਲ ਪਹੁੰਚੇ ਹੁੰਦੇ ਨੇ, ਉਹਨੇ ਅੱਧੀਆਂ ਰੋਟੀਆਂ ਉਹਨੂੰ ਦਿੱਤੀਆਂ, ਅੱਧੀਆਂ ਰੋਟੀਆਂ ਖਾ ਲਈਆਂ। ਤੇ ਚੇਲਾ ਕਹਿੰਦਾ ਸੰਤ ਨੂੰ, ਕਹਿੰਦਾ ਮਹਾਰਾਜ ਤੁਸੀਂ ਤਾਂ ਇੰਨੇ ਗੁਣੀ ਗਿਆਨੀ ਹੋ, ਤੁਸੀਂ ਇੰਨੇ ਭਜਨੀਕ ਹੋ, ਤੁਸੀਂ ਕੁਛ ਵੀ ਕਰ ਸਕਦੇ ਹੋ, ਕਰਨੀ ਵਾਲੇ ਸੰਤ ਹੋ, ਇਹਦੀ ਵਿਚਾਰੀ ਗਰੀਬ ਦੀ ਹਾਲਤ ਤੁਸੀਂ ਠੀਕ ਕਰ ਦਿਓ, ਅਮੀਰੀ ਕਰ ਦਿਓ, ਤੁਸੀਂ ਕੀ ਨਹੀਂ ਕਰ ਸਕਦੇ? ਉਹਨੇ ਸੰਤ ਨੇ ਅੱਖਾਂ ਮੀਚੀਆਂ ਤੇ 2 ਮਿੰਟ ਅੱਖਾਂ ਖੋਲ ਕੇ ਕਹਿੰਦਾ ਮੈਂ ਤਾਂ ਕਰਨੀ ਚਾਹੁੰਦਾ, ਪਰ ਇਹਨਾਂ ਦੇ ਜਿਹੜੇ ਹਾਲਾਤ ਨੇ, ਇਹਨਾਂ ਦੀ ਸੋਚਣ ਦਾ ਢੰਗ ਹੈ ਨਾ, ਇਹ ਮੁਸ਼ਕਲ ਹੈ, ਇਹਨਾਂ ਦੇ ਹਾਲਾਤ ਨਹੀਂ ਬਦਲ ਸਕਦੇ। ਉਹ ਕਹਿੰਦੇ ਜੀ ਨਹੀਂ ਜੀ ਤੁਸੀਂ ਬਦਲ ਸਕਦੇ ਹੋ। ਉਹ ਚੱਲ ਕਹਿੰਦਾ ਮੈਂ ਕੋਸ਼ਿਸ਼ ਕਰਨਾ, ਤੈਨੂੰ ਦੇਖ ਲੈਂਦੇ ਆਪਾਂ ਤੇਰੇ ਸਾਹਮਣੇ। ਉਹਨੇ ਤਿੰਨਾਂ ਨੂੰ ਕਿਹਾ, ਕਹਿੰਦਾ ਵੀ ਮੈਂ ਤੁਹਾਨੂੰ ਇੱਕ ਵਚਨ ਦਿੰਦਾ, ਤੁਸੀਂ ਆਪਣਾ ਜੋ ਡਿਮਾਂਡ ਹੈ ਇੱਕ ਵਾਰੀ ਇੱਕ ਬੰਦਾ ਕਰ ਲਓ, ਉਹ ਮੈਂ ਹੁਣੀ ਪੂਰੀ ਕਰੂੰ। ਤੇ ਪਹਿਲਾਂ ਕਹਿੰਦਾ ਜਨਾਨੀ ਨੂੰ, ਕਹਿੰਦਾ ਬੇਟਾ ਕੋਈ ਲੇਡੀਜ਼ ਫਸਟ, ਵੀ ਤੂੰ ਦੱਸ ਤੇਰੀ ਕੋਈ ਡਿਮਾਂਡ ਹੈ ਮੈਂ ਪੂਰੀ ਕਰਦਾ। ਜਨਾਨੀ ਕਹਿੰਦੀ ਪੱਕੀ ਪੂਰੀ ਹੋ ਜੂਗੀ? ਕਹਿੰਦਾ ਹਾਂ ਤੂੰ ਮੰਗ ਕੇ ਦੇਖ ਲੈ। ਉਹ ਕਹਿੰਦੀ ਜੀ ਮੈਨੂੰ ਤੁਸੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਲੇਡੀ ਬਣਾ ਦਿਓ। ਉਹਨੇ ਅੱਖਾਂ ਮੀਚੀਆਂ ਤੇ ਦੇਖਦੇ ਦੇਖਦੇ ਉਹਦੀ ਪਾਟੇ ਪੁਰਾਣੇ ਕੱਪੜੇ ਸੀ, ਉਹ ਤਾਂ ਅਪਸਰਾ ਬਣ ਗਈ, ਦੁਨੀਆ ਦੀ ਸਭ ਤੋਂ ਬਿਊਟੀਫੁਲ ਹੇਮਾ ਮਾਲਿਨੀ ਬਣ ਗਈ ਉਹ ਤਾਂ। ਜਦੋਂ ਦੇਖਿਆ ਮੁੰਡੇ ਨੇ ਵੀ ਨੇ, ਪਿਓ ਨੇ ਵੀ, ਪਿਓ ਕਹਿੰਦਾ ਹੈ ਇਹ ਤਾਂ ਐਡੀ ਵੱਡੀ ਸੋਹਣੀ ਸੁਨੱਖੀ ਬਣ ਗਈ, ਬੜੇ ਵਧੀਆ ਸਕਰਟਾਂ ਸਕੂਟਾਂ ਪਾਈ ਫਿਰਦੀ ਹੈ, ਬਾਲ ਵਧੀਆ ਬਣ ਗਏ, ਹੋਰ ਬਣ ਗਏ, ਇਹਨੇ ਹੁਣ ਮੇਰੇ ਬੁੜੇ ਨਾਲ ਕਿੱਥੇ ਰਹਿਣਾ? ਇਹ ਤਾਂ ਕਿਸੇ ਸੇਠ ਨਾਲ ਭਾਜੂਗੀ, ਇਹ ਤਾਂ ਕੋਈ ਰਾਜਾ ਲੈ ਜਾਊਗਾ ਉਹਨੂੰ ਚੱਕ ਕੇ। ਤੇ ਉਹ ਕਹਿੰਦਾ ਸੰਤ ਕਹਿੰਦੇ ਮਹਾਰਾਜ ਤੁਸੀਂ ਮੰਗੋ, ਉਹਨੂੰ ਬੰਦੇ ਨੂੰ ਕਹਿੰਦੇ ਹੁਣ ਤੁਸੀਂ ਮੰਗ ਲਓ ਜੀ। ਉਹ ਕਹਿੰਦਾ ਦਿਲ 'ਚ ਸੋਚਿਆ, ਕਿਉਂਕਿ ਜਲਨ ਹੋ ਗਈ ਦੇਖ ਕੇ, ਕਹਿੰਦਾ ਜੀ ਤੁਸੀਂ ਛੱਡੋ, ਮੇਰੀ ਤਾਂ ਇੱਕੋ ਹੀ ਗੱਲ ਆ ਵੀ ਇਹਨੂੰ ਬਾਂਦਰੀ ਬਣਾ ਦਿਓ ਤੁਸੀਂ। ਸੰਤ ਨੇ ਦੇਖਿਆ, ਉਹਨੇ ਹੱਥ ਕੀਤਾ, ਜਿਹੜੀ ਜਨਾਨੀ ਸੀ ਉਹ ਬਾਂਦਰੀ ਬਣ ਗਈ, ਸਿਰ 'ਚ ਖਾਜ ਕਰੇ ਟਪੂਸੀ। ਤੁਹਾਨੂੰ ਪਤਾ ਬੰਦੇ ਟੱਪੀ ਜਾਂਦੇ, ਬਾਂਦਰ ਟੱਪੀ ਜਾਂਦੇ ਨੇ। ਤੇ ਬੱਚੇ ਨੂੰ, ਮੁੰਡੇ ਨੂੰ ਕਹਿੰਦਾ ਤੂੰ ਬੇਟਾ ਮੰਗ ਕੀ ਮੰਗਣਾ? ਉਹ ਕਹਿੰਦਾ ਜੀ ਮੈਨੂੰ ਤਾਂ ਮੇਰੀ ਮਾਂ ਚਾਹੀਦੀ, ਇਹਨੂੰ ਮੁੜ ਕੇ ਮਾਂ ਬਣਾ ਦਿਓ। ਸੋ ਤਿੰਨੇ ਉੱਥੇ ਦੇ ਉੱਥੇ ਹੀ ਰਹਿ ਗਏ, ਕਿਉਂਕਿ ਜੈਲਸੀ ਦੇ ਅਸੀਂ ਭਰੇ ਵੇ ਆ। ਜਦੋਂ ਵੀ ਸਾਡੇ ਅੰਦਰ ਜੈਲਸੀ ਹੈ ਨਾ, ਤੇ ਫਿਰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਸਗੋਂ ਕੋਸ਼ਿਸ਼ ਕਰੋ ਆਪਣੇ ਲਈ ਵੀ ਲੋਕਾਂ ਦੇ ਵਧੀਆ ਫਾਇਦੇ ਦੇ ਲਈ, ਜੋ ਤੁਸੀਂ ਕੋਈ ਡਿਮਾਂਡ ਕਰਦੇ ਹੋ ਉਹ ਤੁਹਾਡੀ ਡਿਮਾਂਡ ਆਟੋਮੈਟਿਕਲੀ ਪੂਰੀ ਹੋ ਜਾਂਦੀ ਹੈ। ਪਰ ਜਦੋਂ ਅਸੀਂ ਓਵਰ ਸਮਾਰਟ ਹੋ ਕੇ ਗੱਲ ਕਰਦੇ ਹਾਂ ਨਾ, ਤਾਂ ਫਿਰ ਸਾਡੀ ਡਿਮਾਂਡ ਪੂਰੀ ਨਹੀਂ ਕਰਦੀ। ਜਿੰਨੀਆਂ ਮਰਜ਼ੀ ਚਲਾਕੇ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਬਾਂ ਜਰਬਾਂ ਦੀ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ। ਜਿੰਨੇ ਮਰਜ਼ੀ ਹਿਸਾਬ ਕਿਤਾਬ ਲਾਈਓ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਤਾਂ ਹੀ ਕਹਿੰਦੇ ਲਵ ਇਜ਼ ਗॉड, ਗॉड ਇਜ਼ ਲਵ। ਸੱਚੇ ਦਿਲੋਂ ਪ੍ਰੇਮ ਕਰੋ, ਸੱਚੇ ਦਿਲੋਂ ਪਿਆਰ ਕਰੋ, ਪਰਮਾਤਮਾ ਤੁਹਾਡੀ ਅਰਦਾਸ ਆਟੋਮੈਟਿਕਲੀ ਪੂਰੀ ਕਰ ਦਊਗਾ। ਅਰਦਾਸ ਹਮੇਸ਼ਾ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਮੰਗੋ। ਜਦੋਂ ਅਸੀਂ ਦੁਨੀਆ ਦੀਆਂ ਚੀਜ਼ਾਂ ਮੰਗਦੇ ਹਾਂ ਉਹ ਪੂਰੀਆਂ ਹੋ ਜਾਂਦੀਆਂ, ਫਿਰ ਉਹਨਾਂ ਤੋਂ ਬਾਅਦ ਸਾਨੂੰ ਦੁੱਖ ਹੋਣੇ ਸ਼ੁਰੂ ਹੋ ਜਾਂਦੇ ਨੇ। क्योंकि जैसे जैसे मैं अपने सिर को तेरे दर पर झुकाता चला गया, परमात्मा दे दरबार च परमात्मा दी हाजरी विच जदों अपना सिर झुकाउने हो, जैसे जैसे मैं अपने सिर को तेरे दर पर झुकाता चला गया, वैसे वैसे तेरा कर्म मुझको दुनिया की नजरों से उठाता चला गया। जदों परमात्मा दी रहमत हुंदी है, बख्शिश हुंदी है, फिर तुसी दुनिया दे विच भी अपनी इज्जत मान वडियाई प्राप्त करदे हो। क्योंकि हकीकत की है
कि जो बात दवा से बन ना सके, दवा कहते ने मैਡੀਸਨ ਨੂੰ, ਦਵਾਈ ਨੂੰ। ਤੁਸੀਂ ਜਿਹੜੀ ਕੋਈ ਬਿਮਾਰੀ ਲੱਗ ਜਾਂਦੀ ਹੈ ਨਾ, ਜਦੋਂ ਦਵਾਈਆਂ ਖਾ ਕੇ ਅੱਕ ਜਾਂਦੇ ਵੀ ਇਹਦਾ ਕੋਈ ਹੱਲ ਨਹੀਂ, ਹੁਣ ਤਾਂ ਮੇਰੇ ਹੱਥ ਖੜੇ ਨੇ, ਡਾਕਟਰ ਵੀ ਹੱਥ ਖੜੇ ਨੇ, ਇਹਦਾ ਕੋਈ ਇਲਾਜ ਨਹੀਂ है। जो बात दवा से बन ना सके वो बात दुआ से होती है। ਮੈਡੀਟੇਸ਼ਨ 'ਚ ਰੱਬ ਦਾ ਨਾਂ ਜਪਣ, ਰੱਬ ਦੀ ਦਰਗਾਹ ਦੇ ਵਿੱਚ, ਕਿ ਕਈ ਵਾਰੀ ਦਵਾਈਆਂ ਫੇਲ ਹੋ ਜਾਂਦੀਆਂ, ਪਰ ਜਦੋਂ ਅਸੀਂ ਹਰ ਵਕਤ ਅੰਤਰ ਧਿਆਨ ਹੋ ਕੇ ਸੁਨ ਸਮਾਧੀ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹਾਂ, ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ। ਮੈਂ ਤੁਹਾਨੂੰ ਜ਼ਿੰਦਗੀ ਦਾ ਜੈਤੀ ਤਜਰਬਾ ਦੱਸ ਦਿੰਦਾ। जो बात दवा से बन ना सके वो बात दवा से होती है। जब कामल मुर्शिद मिल जाए तो बात खुदा से होती है। कहते ना परमात्मा तो एवें गल्लां बातां, परमात्मा कित्थे आ? तुसीं गुरु मंत्र मेहनत करो। जे असीं डॉक्टर बन गए, प्रोफैसर बन गए, इंजीनियर बन गए, IT गाई बन गए, ਉਹ ਮਿਹਨਤਾਂ ਹੀ ਕੀਤੀਆਂ, ਰਾਤ ਨੂੰ ਵੱਡੀਆਂ ਵੱਡੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ, ਲਾਇਬ੍ਰੇਰੀ ਦੇ ਵਿੱਚ ਲੈਬੋਰਟਰੀ ਜਾ ਕੇ ਪ੍ਰੈਕਟੀਕਲ ਤਜਰਬੇ ਕੀਤੇ ਨੇ। ਸੋ ਹੁਣ ਅਸੀਂ ਜਿਹੜਾ ਪੂਰਨ ਸੰਤ ਸਤਿਗੁਰੂ ਹੈ, ਜੇ ਸਾਨੂੰ ਗੁਰੂ ਮੰਤਰ ਦਿੰਦਾ ਕਿ ਪਰਮਾਤਮਾ ਨਾਲ ਕਿਵੇਂ ਮਿਲਣਾ, ਉਹਦੇ ਮੰਤਰ ਦਾ ਅਸੀਂ ਪਾਠ ਕਰੀਏ, ਅਰਦਾਸਾਂ ਚੰਗੀਆਂ ਕਰੀਏ, ਸੱਚੇ ਪਾਤਸ਼ਾਹ ਮੈਨੂੰ ਆਪਣੇ ਲੜ ਲਾ। ਤੇ ਉਸ ਜਿਹੜੀ ਅਰਜੀ ਪਾਈ ਹੈ, ਚੰਗੇ ਮੇਰੀ ਵੀ ਰਹਿਮਤ ਕਰ, ਮੈਨੂੰ ਆਪਣੇ ਚਰਨ ਚ ਲਾ, ਉਹ ਚਰਨ ਦੇ ਲਾਉਣ ਦੇ ਲਈ ਸਵੇਰੇ ਸ਼ਾਮ ਉੱਠ ਕੇ ਮੈਡੀਟੇਸ਼ਨ ਕਰੋ, ਭਜਨ ਸਿਮਰਨ ਕਰੋ। ਤੇ ਜਦੋਂ ਮਿਹਨਤ ਕਰੋਗੇ ਇੱਕ ਦਿਨ ਤੁਹਾਡੀ ਜਿਹੜੀ ਤੀਸਰੀ ਅੱਖ ਹੈ, ਨੌਕ ਇਟ ਸ਼ੈਲ ਓਪਨ ਅਨਟੂ ਯੂ। ਜੀਸਸ ਕ੍ਰਾਈਸਟ ਨੇ ਕਿਹਾ ਸੀ ਦਰਵਾਜ਼ਾ ਖੜਕਾਈ ਜਾਓ, ਇੱਕ ਨਾ ਇੱਕ ਦਿਨ ਜ਼ਰੂਰ ਖੁੱਲੇਗਾ। ਜਦੋਂ ਉਹ ਖੁੱਲੇਗਾ ਫਿਰ ਤੁਸੀਂ ਦੇਖੋਗੇ ਕਿ ਪਰਮਾਤਮਾ ਦਾ ਨੂਰ ਕਿੰਨਾ ਪ੍ਰਕਾਸ਼। ਪਰਮਾਤਮਾ ਕੋਈ ਸਰੀਰ ਨਹੀਂ ਹੁੰਦਾ, ਇਹ ਨੂਰ ਹੈ, ਪ੍ਰਕਾਸ਼ ਹੈ। ਇਹ ਸੂਰਜ ਚੰਦ ਦੇ ਪ੍ਰਕਾਸ਼ ਤੋਂ ਕਿਤੇ ਜ਼ਿਆਦਾ ਤੇਜ਼ ਹੈ। ਜਦੋਂ ਤੁਸੀਂ ਉਸ ਪ੍ਰਕਾਸ਼ ਨੂੰ ਦੇਖੋਗੇ, ਉਹ ਅੰਦਰਲੀਆਂ ਅੱਖਾਂ ਨਾਲ ਦੇਖ ਸਕਦੇ ਹੋ, ਬਾਹਰਲੀਆਂ ਅੱਖਾਂ ਤਾਂ ਦੇਖ ਹੀ ਨਹੀਂ ਸਕਦੀਆਂ ਉਹਨੂੰ। ਤੇ ਉਸ ਪ੍ਰਕਾਸ਼ ਨੂੰ ਦੇਖਦੇ ਜਦੋਂ ਤੁਸੀਂ ਉਹਦੇ ਚੋਂ ਧੁਨ ਸੁਣੋਗੇ, ਚੰਦ ਸਿਤਾਰੇ, ਗੱਡੀ ਦੀਆਂ, ਬੱਦਲਾਂ ਦੇ ਗਰਜਣ ਦੀ ਆਵਾਜ਼ ਸੁਣੋਗੇ, ਅੰਦਰਲੀਆਂ ਆਵਾਜ਼ਾਂ ਨੇ, ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਪਰਮਾਤਮਾ ਕੀ ਚੀਜ਼ ਹੈ। ਤੇ ਉਹ ਪਰਮਾਤਮਾ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣਾ ਜਿਨ ਗੋਬਿੰਦੀਓ ਮਿਲਾਏ। ਪਰਮਾਤਮਾ ਦੇ ਕਹਿੰਦੇ ਜੇ ਗੁਰੂ ਇਕੱਠੇ ਹੋ ਜਾਣ ਨਾ, ਕਬੀਰ ਸਾਹਿਬ ਕਹਿੰਦੇ, ਤਾਂ ਮੈਂ ਕਹਿੰਦਾ ਕਿਹਨੂੰ ਪੈਰੀ ਹੱਥ ਲਾਊਂਗਾ? ਕਹਿੰਦਾ ਆਪਣੇ ਗੁਰੂ ਨੂੰ ਲਾਊਂ, ਕਿਉਂਕਿ ਗੁਰੂ ਦੇ ਥਰੂ ਹੀ ਮੈਂ ਪਰਮਾਤਮਾ ਨੂੰ ਮਿਲਿਆ। ਸੋ ਇਸੇ ਕਰਕੇ ਕਹਿੰਦੇ ਜੋ ਬਾਤ ਦਵਾ ਸੇ ਬਨ ਨਾ ਸਕੇ वो बात दुआ से होती है। जब कामल मुर्शिद मिल जाए तो बात खुदा से होती है। ਅਸੀਂ ਸਾਰੇ ਚਾਹੁੰਦੇ ਹਾਂ ਕਿ ਪਰਮਾਤਮਾ ਜੋ ਵੀ ਅਸੀਂ ਚਾਹੁੰਦੇ ਹਾਂ ਉਹਨੂੰ ਪੂਰਾ ਕਰੇ। ਸਾਡਾ ਇਹ ਵਿਸ਼ਵਾਸ ਹੈ ਕਿ ਪਰਮਾਤਮਾ ਜੋ ਚਾਹੇ ਉਹ ਕਰ ਸਕਦਾ ਹੈ। ਦੇਖੋ ਪਰਮਾਤਮਾ ਜੇ ਜੋ ਚਾਹੇ ਕਰ ਸਕਦਾ ਹੈ, ਤਾਂ ਇਹ ਵੀ ਸਾਨੂੰ ਯਕੀਨ ਕਰਨਾ ਚਾਹੀਦਾ ਕਿ ਪਰਮਾਤਮਾ ਜੇ ਉਹ ਸ਼ਕਤੀ ਦੇਣ ਦੀ ਰੱਖਦਾ ਨਾ, ਤਾਂ ਉਹ ਜਾਣਨ ਦੀ ਵੀ ਸ਼ਕਤੀ ਰੱਖਦਾ। ਉਹਨੂੰ ਪਤਾ ਹੈ ਕਿ ਕਿਹੜੀ ਚੀਜ਼ ਸਾਡੇ ਲਈ ਫਾਇਦੇਮੰਦ ਹੈ ਤੇ ਕਿਹੜੀ ਚੀਜ਼ ਸਾਡੇ ਲਈ ਬੁਰੀ ਹੈ। ਯਕੀਨ ਕਰਨਾ ਕਿ ਪਰਮਾਤਮਾ ਸਾਡੀਆਂ ਜ਼ਰੂਰਤਾਂ ਤੋਂ ਬੇਖਬਰ ਨਹੀਂ, ਬਲਕਿ ਬਾਖਬਰ ਹੈ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਪਰਮਾਤਮਾ ਕਦੇ ਵੀ ਜਲਦਾ ਹੋਇਆ ਕੋਲਾ ਸਾਡੇ ਹੱਥ 'ਚ ਨਹੀਂ ਦਿੰਦਾ। ਮਾਂ ਕਦੇ ਵੀ ਜੇ ਬੱਚਾ ਜਿਵੇਂ ਕਿਹਾ ਸੀਗਾ ਵੀ ਉਹ ਮੈਨੂੰ ਚਾਕਲੇਟ ਚਾਹੀਦੀ, ਆਈਸਕ੍ਰੀਮ ਦੇ, ਉਹ ਆਈਸਕ੍ਰੀਮ ਦੀ ਥਾਂ ਤੇ ਉਹਨੂੰ ਕੌੜੀ ਕਨੀਨ ਦਿੰਦੀ ਹੈ। ਜੇ ਉਹ ਚਾਕਲੇਟ ਦੇ ਦੇ ਤਾਂ ਬਲਦਾ ਕੋਲਾ ਹੀ ਹੈ, ਤੇ ਉਹਦੇ ਨਾਲ ਬੁਖਾਰ ਉਹਦਾ ਹੋਰ ਕੰਮ ਲੱਗਣਾ ਸ਼ੁਰੂ ਹੋ ਜਾਊਗਾ। ਸੋ ਇਸ ਕਰਕੇ ਪਰਮਾਤਮਾ ਕੋਲੇ ਉਹ ਚੀਜ਼ ਮੰਗੋ ਜਿਹਦਾ ਸਾਨੂੰ ਫਾਇਦਾ ਹੋਵੇ। ਸਾਨੂੰ ਫਾਇਦਾ ਤਾਂ ਹੋਊਗਾ ਜਦੋਂ ਸਾਡਾ 100% ਪਰਮਾਤਮਾ ਦੇ ਵਿੱਚ ਭਰੋਸਾ ਹੋ ਜਾਊਗਾ। ਕਿ ਜਦੋਂ ਸਾਡਾ ਸਿਰਫ ਤੇ ਸਿਰਫ ਪਰਮਾਤਮਾ ਵਿੱਚ ਭਰੋਸਾ ਹੋਵੇਗਾ ਨਾ, ਕੁੱਲ ਮਾਲਕ ਦੇ ਵਿੱਚ, ਦੁਨੀਆ ਦੇ ਵਿੱਚ ਨਹੀਂ। ਦੁਨੀਆ ਕੁਛ ਹੱਦ ਤੱਕ ਸਾਡੀ ਮਦਦ ਕਰ ਸਕਦੀ ਹੈ, ਪਰ ਅਸਲੀ ਜਿਹੜੀ ਮਦਦ ਹੈ ਨਾ, ਉਹ ਪਰਮਾਤਮਾ ਕਰਦਾ ਹੈ। ਇੱਥੋਂ ਤੱਕ ਕਿ ਕਈ ਵਾਰੀ ਦੁਨੀਆ ਵੀ ਹੱਥ ਖੜੇ ਕਰਦੇ, ਜਿਹੜੇ ਸਾਡੇ ਨਜ਼ਦੀਕ ਤੋਂ ਨਜ਼ਦੀਕ ਰਿਸ਼ਤੇਦਾਰ ਹੁੰਦੇ ਨੇ, ਭੈਣ ਭਰਾ ਹੁੰਦੇ ਨੇ, ਯਾਰ ਦੋਸਤ ਹੁੰਦੇ ਨੇ, ਉਹ ਮੁਸੀਬਤ ਵੇਲੇ ਆਪਣਾ ਹੱਥ ਖੜਾ ਕਰ ਲੈਂਦੇ ਨੇ, ਉਹ ਪਿੱਛਾ ਛੁਡਾ ਦਿੰਦੇ ਨੇ, ਉਹ ਵੀ ਪੂਰਾ ਨਹੀਂ ਕਰਦਾ। ਪਰ ਇੱਕ ਤੇ ਕੇਵਲ ਇੱਕੋ ਇੱਕ ਪਰਮਾਤਮਾ ਹੈ ਜਿਹੜਾ ਸਾਡੇ ਦੁੱਖ ਸੁੱਖ ਹਮੇਸ਼ਾ ਅੰਗ ਸੰਗ ਖੜਾ ਹੈ। ਦੇਖ ਲਓ, ਆਪਾਂ ਮਹਾਭਾਰਤ ਦਾ ਡਰਾਮਾ ਦੇਖਿਆ ਸਾਰਿਆਂ ਨੇ, ਉਹਦੇ ਵਿੱਚ ਜਿਹੜਾ ਦ੍ਰੋਪਦੀ ਦਾ ਚੀਰ ਹਰਨ ਹੁੰਦਾ ਹੈ, ਦ੍ਰੋਪਦੀ ਦੇ ਜਿਹੜੇ 5 ਪਤੀ ਸੀਗੇ, ਧ੍ਰਿਤਰਾਸ਼ਟਰ ਜਿਹਨੂੰ ਪਾਂਡਵ ਕਹਿੰਦੇ ਸੀਗੇ, ਉਹ ਜਦੋਂ ਜੂਆ ਖੇਡੇ, ਉਹ ਜੂਏ 'ਚ ਹਾਰ ਗਏ। ਤੇ ਈਵਨ ਇੱਥੋਂ ਤੱਕ ਵੀ ਉਹ ਦ੍ਰੋਪਦੀ ਵੀ ਹਾਰ ਗਏ। ਤੇ ਜਿਹੜਾ ਕੌਰਵਾਂ ਦਾ ਸੀਗਾ, ਉਹ ਮੈਨੂੰ ਨਾਂ ਭੁੱਲ ਗਿਆ, ਦੁਰਯੋਧਨ, ਉਹਨੇ ਆਪਣੇ ਭਰਾਈ ਨੂੰ ਕਿਹਾ ਵੀ ਇਹਨੂੰ ਦ੍ਰੋਪਦੀ ਨੂੰ ਚੱਕ ਕੇ ਲਿਆ, ਤੇ ਉਹਨੂੰ ਕਹਿੰਦਾ ਮੇਰੀ ਲੱਤਾਂ ਤੇ ਬੈਠ, ਬੁਰੀ ਭਾਵਨਾ ਨਾਲ ਉਹ ਨਹੀਂ ਬੈਠੀ। ਫਿਰ ਉਹਦੀ ਕਹਿੰਦੇ ਇਹਨੂੰ ਨੰਗਾ ਕਰੋ ਸਾਰੇ ਸਾਹਮਣੇ,
ਤੇ ਜਦੋਂ ਉਹਨੂੰ ਨੰਗਾ ਕਰਨ ਲੱਗੇ, ਉਹਨੇ ਉੱਥੇ ਪਿਤਾਮਾ ਵੀ ਬੈਠੇ ਸੀਗੇ, ਉੱਥੇ ਦਰੋਣਾਚਾਰਿਆ ਵੀ ਬੈਠੇ ਸੀਗੇ, ਉੱਥੇ ਧ੍ਰਿਤਰਾਸ਼ਟਰ ਵੀ ਬੈਠੇ ਸੀ। ਉਹਨੇ ਸਾਰਿਆਂ ਨੂੰ ਰਿਕੁਐਸਟ ਕੀਤੀ ਵੀ ਆਹ ਦੇਖੋ ਮੇਰੇ ਨਾਲ ਕੀ ਕਰ ਰਹੇ ਨੇ, ਕੀ ਕਰ ਰਹੇ ਨੇ। ਸਭ ਨੇ ਨੀਵੀਆਂ ਪਾ ਲਈਆਂ। ਜਦੋਂ ਦੇਖਿਆ ਕਿਸੇ ਨੇ ਕੰਮ ਨਹੀਂ ਆਉਣਾ, ਤਾਂ ਉਸ ਵੇਲੇ ਉਹਨੇ ਕ੍ਰਿਸ਼ਨ ਨੂੰ ਯਾਦ ਕੀਤਾ ਕਿ ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ। ਫਿਰ ਉਸ ਵੇਲੇ ਕ੍ਰਿਸ਼ਨ ਨੇ ਉਹਦੀ ਪ੍ਰੋਟੈਕਸ਼ਨ ਕੀਤੀ ਸੀ, ਉਹਨੂੰ ਨੰਗਾ ਹੋਣ ਤੋਂ ਬਚਾਇਆ ਸੀਗਾ। ਇਸ ਕਰਕੇ ਹਮੇਸ਼ਾ ਪਰਮਾਤਮਾ ਨਾਲ ਹੀ ਯਾਰੀ ਪਾਓ, ਪਰਮਾਤਮਾ ਨਾਲ ਹੀ ਦੋਸਤੀ ਪਾਓ, ਜੇ ਤੁਸੀਂ ਜ਼ਿੰਦਗੀ ਦੇ ਇਸ ਜ਼ਿੰਦਗੀ ਦੇ ਵਿੱਚ ਵੀ ਅਗਲੀ ਜ਼ਿੰਦਗੀ ਵਿੱਚ ਵੀ ਖੁਸ਼ ਰਹਿਣਾ ਹੈ। ਹਮੇਸ਼ਾ ਤਿੰਨ ਗੱਲਾਂ, हर आने वाली सुबह एक मौका लेकर आती है और जाने वाली शाम कुछ सिखा के जाती है। की सिखा के जाती है कि सुख वेले परमात्मा दा शुकराना करो, दुख वेले अरदास करो, ते हर वेले भजन सिमरन करो। देखो अगे लोग कहते हैं सिंपल भी मूर्ख हुंदे सी, अगे सियाने हुंदे सी। जदों कोई खुशी हुंदी सी उदों 2 मिनट 4 मिनट घर दे इकट्ठे होकर परमात्मा दा, अल्लाह दा, वाहिगुरू दा थैंक्स करदे सी। जे कदे दुख तकलीफ आ गई तो फटाफट चक के अरदास करदे सी, मेरे तो गलती हो गई, बख्श लै, बख्श लै, बख्श लै। ते नाल हर वक्त भजन सिमरन चलदे रहिंदे। ओह ड्रामे नहीं चलदे अनुपमा दे, वो ड्रामे नहीं चलते, अमिताभ बच्चन दी मूवियां नहीं चलदियां। वो सगों हमेशा प्रायोरिटी जिहड़ी ओह भजन सिमरन च हुंदी है। पर अगे तो कहते सुख वेले शुकराना, दुख वेले अरदास, ते हर वेले भजन सिमरन। पर अज की है, सुख वेले मठियाइयां, दुख वेले दुहाइयां, ते हर वेले लड़ाइयां। जे ये हकीकत है ना, जे मुंडा जम पिया कहना चलो भी कर दो फोन, फटाफट फोन खड़काने, लड्डू वंडो जी, मिठाइयां करो, रब दा शुक्र नहीं करते। तुसीं आप मुंडा जम्मिया, जिन्हें पैदा किया, लाइफ पैदा किया, उहदे लई तुसीं शुक्र नहीं करते। दुख वेले दुहाइयां, जे दुख आ गया रब ने आ माड़ा करता, मेरा मुंडा क्यों मारता, ड्रग्स क्यों फसाता, वो कहता दुहाइयां, ब्लेम करते हैं। तो हर वेले दवाइयां भी, आ मेरी शुगर की पाती, आ मेरी कैंसर की पाती, वो मेरी कोलेस्ट्रॉल की पाती। जे दवाइयां नहीं तो लड़ाइयां रहंदियां, सस नूंह की लड़ाई है, जज मुंडे प्यो की लड़ाई है, घर वाली हसबैंड की लड़ाई है। सो इस करके बस अज मैं टॉपिक इत्थे ही खत्म करदा, क्योंकि टाइम हो गया, मैनूं इशारा हो गया। सो अखीरला गाना तुसीं अरदास दे उत्ते सुन लो। सो नैक्सट वीक आपां लाइफ एंड डैथ, जम्मन मरण के उत्ते गल करांगे। तुहाडे भी कोई विचार होणगे वो करियो। जे मेथों कोई गलती होगी उहदे लई मैं सच्चे दिलों माफ़ी मंगदा उस परमात्मा तो कि मैनूं समत बख्शे। अजिहे शब्द ही कहावे, उह ही कहाउंदा कि किसी नूं हर्ट ना हो। थैंक यू वेरी मच।